ਕੀ ਫਤਿਹ ਜੀ। ਅੱਜ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 1104 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 1104 ਅੰਗ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। 1104 ਕਬੀਰ ਜੀ ਦਾ ਸ਼ਬਦ ਔਰ ਮਾਰੂ ਰਾਗ ਦੇ ਵਿੱਚ। जो तुम्हें मोको दूर करत हो, तो तुम मुक्त बतावो। एक अनेक होए रहे हो सगल में, अब कैसे परमावो। जो तुम्हें मोको दूर करत हो, तो तुम मुक्त बतावो। कबीर जी कहते हैं, मालका ਤੂੰ ਹੁਣ ਮਾਇਆ ਪਾਈ ਹੈ, ਮਾਇਆ ਪਾ ਕੇ ਖੇਡ ਪਾਈ ਹੋਈ ਆ, ਔਰ ਖੇਡ ਦੇ ਵਿੱਚ ਜਿਹੜਾ ਹੈਗਾ ਇੰਨੀ ਇਹਨੂੰ ਤਾਕਤਵਰ ਬਣਾਇਆ ਹੋਇਆ ਇਸ ਖੇਡ ਨੂੰ, ਇਸ ਗੇਮ ਨੂੰ। ਮਾਇਆ ਦੇ ਵਿੱਚ ਤੂੰ ਉਲਝਾਉਣਾ ਚਾਹੁੰਦਾ ਹੈ ਮੈਨੂੰ ਮਾਇਆ ਦੇ ਵਿੱਚ ਤੂੰ ਆਪਣੇ ਤੋਂ ਪਰੇ ਕਰਨਾ ਚਾਹੁੰਦਾ ਵੀ ਮਾਇਆ ਦੇ ਵਿੱਚ ਕਿਤੇ ਖੁੱਭ ਜਾਏ। ਜਿਵੇਂ ਨਾ ਮਾਂ ਕਹਿੰਦੀ ਹੈ ਵੀ ਬੱਚੇ ਨੂੰ, ਬੱਚਾ ਜਿਹੜਾ ਹੈਗਾ ਖੇਡਦਾ ਰਹੇ, ਹੁਣ ਮੈਂ ਜਿਹੜਾ ਆਹ ਵੀ ਨਿਬੇੜ ਲਵਾਂ ਕਹਿੰਦੇ ਤੂੰ ਮੈਨੂੰ ਦੂਰ ਕਰਦਾ ਹੈ ਤੇ ਫਿਰ ਮੈਨੂੰ ਮੁਕਤੀ ਦੱਸ ਦੇ ਵੀ ਮੁਕਤੀ ਕਿਹਨੂੰ ਕਹਿੰਦੇ ਆ। ਇਹ ਮਾਇਆ ਦੇ ਵਿੱਚ ਮਾਇਆ ਤੋਂ ਤਾਂ ਮੈਂ ਮੁਕਤੀ ਲੈਣੀ ਆ, ਉਹਦੇ ਵਿੱਚ ਤੂੰ ਮੈਨੂੰ ਚਮੇੜ ਰਿਹਾ ਆ। ਫਿਰ ਮੁਕਤੀ ਕਿਹਨੂੰ ਕਹਿੰਦੇ ਆ ਭਾਈ? ਹੋਰ ਮੁਕਤੀ ਕਿਹੜੀ ਹੈ? ਜੋ ਤੁਮੇ ਮੋਕੋ ਦੂਰ ਕਰਤ ਹੋ, ਤੋ ਤੁਮ ਮੁਕਤ ਬਤਾਵੋ। ਮੈਂ ਤਾਂ ਤੇਰੇ ਵਿੱਚ ਹੀ ਹੈਗਾ ਆ, ਤੇਰੇ ਆਪਣੇ ਤੋਂ। ਜੇ ਮੈਂ ਆਪਣੇ ਅੰਦਰੋਂ ਜਿਹੜਾ ਆਪਣੇ ਤੋਂ ਦੂਰ ਜਾਣਾ ਆ, ਤਾਂ ਮੈਂ ਜਿਹੜਾ ਹੈਗਾ, ਤਾਂ ਮੈਂ ਫਸ ਗਿਆ ਫਿਰ ਮਾਇਆ ਦੇ ਵਿੱਚ। ਮੈਂ ਤਾਂ ਬਸ ਮੈਂ ਜੇ ਆਪਣੇ ਅੰਦਰ ਵੜਦਾ ਆ, ਮੈਂ ਤਾਂ ਮੁਕਤ ਹੀ ਹੈਗਾ ਆ। ਜੇ ਮੈਂ ਆਪਣੇ ਅੰਦਰ ਵੜਦਾ ਆ ਤੇ ਮੈਂ ਮੁਕਤ ਹੈਗਾ ਆ। ਤੇ ਜੇ ਮੈਂ ਦੂਰ ਜਾਣਾ ਆ ਤੇ ਫਿਰ ਜਿਹੜਾ ਹੈਗਾ, ਦੱਸ ਮੈਨੂੰ ਹੋਰ ਕਿਹੜੀ ਮੁਕਤੀ, ਕਿਹੜੀ ਹੋਰ ਹੈਗੀ ਆ। जो तुम्हें मोको दूर करत हो, तो तुम मुक्त बतावो। एक अनेक होए रहे हो सगल में, अब कैसे परमावो। दूर करना की है बई, आ दूसरा है, आ तीसरा है, और अपने आप ਨੂੰ ਕਹਿਣਾ ਵੀ ਮੈਂ ਤਾਂ ਜੀ ਕਰਤਾ ਹੈਗਾ ਆ, ਮੈਂ ਤਾਂ ਸਰੀਰ ਹੈਗਾ ਆ। ਕਹਿੰਦੇ ਨਾ ਬਈ ਨਾ, ਹੁਣ ਨਹੀਂ, ਹੁਣ ਮੈਨੂੰ ਪਤਾ ਲੱਗ ਗਿਆ ਹੈ ਬਈ ਤੂੰ ਹੀ ਹੈਗਾ ਸਾਰਿਆਂ ਦੇ ਅੰਦਰ। ਹੁਣ ਨਹੀਂ ਮੈਂ ਕਿਸੇ ਦੇ ਨਾਲ ਜਿਹੜਾ ਹੈਗਾ ਉਲਝਣਾ, ਹੁਣ ਨਹੀਂ ਮੈਂ ਕਿਸੇ ਦੇ ਨਾਲ ਜਿਹੜੇ ਕਰਮ ਬਣਾਉਣੇ। ਏਕ ਅਨੇਕ ਹੋਏ ਰਹੇ ਹੋ ਸਗਲ ਮੈਂ, ਅਬ ਕੈਸੇ ਪਰਮਾਵੋ। ਕਹਿੰਦੇ ਹੁਣ ਮੈਂ ਤੇਰੀ ਟਰੈਪ, ਤੇਰਾ ਧੋਖਾ ਜਿਹੜਾ ਹੈਗਾ ਉਹ ਮੈਨੂੰ ਪਤਾ ਲੱਗ ਗਿਆ। ਹੁਣ ਮੈਂ ਉਸ ਧੋਖੇ ਦੇ ਵਿੱਚ ਨਹੀਂ ਫਸਦਾ ਭਾਈ, ਹੁਣ ਨਹੀਂ ਭਰਮ ਦੇ ਵਿੱਚ ਪਾ ਸਕਦਾ ਤੂੰ। ਜੋ ਤੁਮ ਮੋਕੋ ਦੂਰ ਕਰਤ ਹੋ, ਤੋ ਤੁਮ ਮੁਕਤ ਬਤਾਵੋ। एक अनेक होए रहे हो सगल में, अब कैसे परमावो। राम मोको तार कहाँ ले जाई है, सोधो मुक्त कहाँ देव कैसी, कर प्रसाद मोहे पाई है। राम मोको तार कहाँ ले जाई है। कहते मैनू तार के कित्थे लेके जाएगा। राम मोको तार कहाँ ले जाई है, ਸੋਧੋਂ ਮੈਂ ਤਾਂ ਤੇਰੇ ਵਿੱਚ ਹੀ ਹੈਗਾ, ਤੇਰੇ ਨਾਲ ਹੀ ਹੈਗਾ ਆ। ਮੈਂ ਤਾਂ ਸੋਧ ਰਿਹਾ ਵੀ ਇਹੀ ਤਾਂ ਮੁਕਤੀ ਹੈ, ਹੋਰ ਮੁਕਤੀ ਕਿਹੜੀ ਹੈਗੀ ਆ? ਤੇਰੇ ਨੇੜੇ ਰਹਿਣਾ ਇਹੀ ਤਾਂ ਮੁਕਤੀ ਹੈਗੀ ਆ। ਸੋਧੋਂ ਮੁਕਤ, ਮੈਂ ਤਾਂ ਤੇਰੇ ਵਿੱਚ ਹੀ ਹੈਗਾ ਆ। ਸੋਧੋਂ ਮੁਕਤ ਕਹਾਂ ਦੇਵ ਕੈਸੀ, ਹੋਰ ਕਿਹੜੀ ਮੁਕਤੀ ਹੈ ਭਾਈ? ਮੈਂ ਸੋਧ ਰਿਹਾ, ਮੈਂ ਸੋਚ ਰਿਹਾ, ਹੋਰ ਮੁਕਤੀ ਹੈ ਕਿਹੜੀ ਆ? ਤੇਰੇ ਨਾਲ ਰਹਿਣਾ ਇਹ, ਮੈਂ ਤਾਂ ਤੇਰੇ ਨਾਲ ਹੀ ਹੈਗਾ ਆ, ਇਹੀ ਤਾਂ ਮੁਕਤੀ ਹੈਗੀ ਆ। ਸੋਧੋ ਮੁਕਤ ਕਹਾਂ ਦਿਓ ਕੈਸੀ, ਕਰ ਪ੍ਰਸਾਦ ਮੋਹਿ ਪਾਈਏ। ਬੜੀ ਗੁਰੂ ਨੇ ਕਿਰਪਾ ਕਰ ਦਿੱਤੀ, ਬ੍ਰਹਮ ਗਿਆਨੀਆਂ ਨੇ ਕਿਰਪਾ ਕਰ ਦਿੱਤੀ। ਆਹ ਜਿਹੜੀ ਮੁਕਤੀ ਹੈਗੀ ਗੁਰੂ ਦੇ ਪ੍ਰਸਾਦ ਦੇ ਨਾਲ ਮੈਨੂੰ ਮਿਲ ਗਈ ਆ। ਮੈਨੂੰ ਅੰਦਰ ਵੜਨਾ ਸਿਖਾ ਦਿੱਤਾ, ਮੈਨੂੰ ਆਪਣੇ ਅੰਦਰ ਜਿਹੜਾ ਹੈਗਾ ਆਪਣੇ ਅੰਦਰ ਟਿਕਣਾ ਸਿਖਾ ਦਿੱਤਾ ਹੈ। ਮੇਰੀ ਸੁਰਤ ਜਿਹੜੀ ਆਤਮਾ ਦੇ ਵਿੱਚ ਜਿਹੜੀ ਲੀਨ ਹੋ ਗਈ ਹੈ। ਹੋਰ ਮੁਕਤੀ ਕਿਹੜੀ ਹੈਗੀ ਆ?
ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹਾਂਜੀ ਨਿਜਰ ਸਾਹਿਬ, ਇਹ ਤੇ ਦੇਖੋ ਪਤਾ ਕੀ ਹੈ ਕਿ ਜਿਹੜਾ ਬ੍ਰਹਮ ਨੂੰ ਜਾਣਨਾ ਹੈ ਨਾ, ਹਾਂਜੀ ਹਾਂਜੀ ਉਹ ਉਦੋਂ ਹੀ ਜਾਣਿਆ ਜਾਂਦਾ ਹੈ ਜਦੋਂ ਅਸੀਂ ਇੰਦਰੀਆਂ ਤੋਂ ਅੱਗੇ ਚੱਲ ਜਾਂਦੇ ਹਾਂ। ਜਿਹੜਾ ਇੰਦਰੀਆਂ ਦਾ ਗਿਆਨ ਹੈ ਨਾ, ਉਹ ਜੜ ਦਾ ਗਿਆਨ ਹੈ। ਤੁਹਾਡੇ ਮਨ ਦਾ ਵੀ ਗਿਆਨ, ਤੁਹਾਡੀ ਬੁੱਧੀ ਦਾ ਵੀ ਗਿਆਨ। ਤੁਸੀਂ ਵੇਖੋ, ਆਪਾਂ ਕਿਸੇ ਚੀਜ਼ ਨੂੰ ਅਨੁਭਵ ਕਰਦੇ ਹਾਂ ਤੇ ਉਹ ਕੇਵਲ ਇੰਦਰੀਆਂ ਦਾ ਵਿਸ਼ਾ ਹੀ ਹੈ, ਤਾਂ ਹੀ ਉਹਦੇ ਬਾਰੇ ਦੱਸ ਸਕਦੇ ਹਾਂ। ਔਰ ਜਿਹੜੀ ਚੀਜ਼ ਦੇ ਬਾਰੇ ਸਾਡਾ ਕੋਈ ਅਨੁਭਵ ਨਹੀਂ ਹੈ ਤੇ ਅਸੀਂ ਉਹਦੇ ਬਾਰੇ ਕੁਝ ਵੀ ਨਹੀਂ ਦੱਸ ਸਕਦੇ। ਕਿੱਦਾਂ ਦੱਸੋਗੇ ਤੁਸੀਂ ਕਿ ਉਹ ਮਤਲਬ ਉਹਦਾ ਉਹ ਕਿੱਦਾਂ ਦਾ ਟੇਸਟ ਹੈ ਜਾਂ ਸਵਾਦ ਹੈ, ਦਿਖਾਈ ਕਿੱਦਾਂ ਦਿੰਦਾ ਹੈ? ਜਿਹੜੀ ਚੀਜ਼ ਆਪਾਂ ਨਹੀਂ ਦੇਖੀ ਉਹਦੇ ਬਾਰੇ ਆਪਾਂ ਦੱਸ ਵੀ ਨਹੀਂ ਸਕਦੇ। ਸਾਡੀਆਂ ਇੰਦਰੀਆਂ ਕੇਵਲ ਉਸੇ ਚੀਜ਼ ਦੇ ਬਾਰੇ ਦੱਸਦੀਆਂ ਨੇ ਜਿਹੜੀਆਂ ਚੀਜ਼ਾਂ ਇਹਦੇ ਅਨੁਭਵ ਚ ਹੈਗੀਆਂ। ਜਾਂ ਇਹ ਅੱਖਾਂ ਦੇ ਰਾਹੀਂ ਰੰਗ ਵੇਂਦਾ ਹੈ, ਸਾਡੇ ਅੰਤਰਾਕਰਨ ਦਾ ਜੋ ਵੀ ਅਵਸਥਾ ਹੈ, ਜਾਂ ਉਹਨਾਂ ਨੂੰ ਹੱਥ ਦੇ ਨਾਲ ਅਨੁਭਵ ਕਰਦਾ ਹੈ, ਜਾਂ ਕੰਨਾਂ ਨਾਲ ਸੁਣਦਾ ਹੈ, ਜਾਂ ਨਾਸਾਂ ਦੇ ਨਾਲ ਸੂੰਘਦਾ ਹੈ, ਜਾਂ ਚੰਗੜੀ ਨਾਲ ਸਪਰਸ਼ ਕਰਦਾ ਹੈ। ਆਪਾਂ ਨੂੰ ਗਿਆਨ ਉਸ ਚੀਜ਼ ਦਾ ਪ੍ਰਾਪਤ ਹੁੰਦਾ ਹੈ ਜਿਹੜਾ ਸਾਡੀਆਂ ਇੰਦਰੀਆਂ ਦੇ ਰਾਹੀਂ ਸਾਨੂੰ ਕੁਝ ਚੀਜ਼ ਅਨੁਭਵ ਕਰਨ ਵਾਸਤੇ ਮਿਲਦੀ ਹੈ। ਔਰ ਮੋਸਟਲੀ ਸਾਡੀਆਂ ਜਿਹੜੀਆਂ ਇੰਦਰੀਆਂ ਨੇ, ਇਹਨਾਂ ਦਾ ਅਨੁਭਵ ਕੀ ਹੈ? ਜੜ ਦਾ ਮਤਲਬ ਇਹ ਜਿਹੜਾ ਪ੍ਰਕਿਰਤੀ ਦਾ ਹਿੱਸਾ, ਚੇਤਨ ਨੂੰ ਅਨੁਭਵ ਨਹੀਂ ਕਰ ਸਕਦੀ। ਔਰ ਜਿੰਨਾ ਚਿਰ ਤੱਕ ਆਪਾਂ ਚੇਤਨ ਨੂੰ ਅਨੁਭਵ ਨਹੀਂ ਕਰਦੇ, ਉਹਨਾਂ ਚਿਰ ਤੱਕ ਸਾਡੇ ਜੀਵਨ ਦੇ ਵਿੱਚ ਕੋਈ ਇਨਕਲਾਬ ਨਹੀਂ ਹੋ ਸਕਦਾ, ਕੋਈ ਪਰਿਵਰਤਨ ਨਹੀਂ ਆਵੇ। ਔਰ ਉਹਨੂੰ ਅਨੁਭਵ ਕਰਨ ਦਾ ਮਤਲਬ ਕੀ ਆ? ਆਪਣੇ ਆਪ 'ਚ ਜਦੋਂ ਅਸੀਂ ਇੱਕਦਮ ਇਕਾਗਰ ਹੋ ਜਾਂਦੇ ਹਾਂ, ਹੁਣ ਸਾਡੀ ਜਿਹੜੀ ਅੰਦਰਲੀ ਗਤੀ ਹੈ ਬੰਦ ਹੋ ਜਾਂਦੀ ਹੈ। ਉੱਥੇ ਬੁੱਧੀ ਵੀ ਹੈਗੀ ਆ, ਮਨ ਹੈਗਾ, ਚਿੱਤ ਹੈਗਾ, ਜਿਹਨੂੰ ਗ੍ਰੰਥਾਂ ਦੇ ਵਿੱਚ ਅਨਮਨੀ ਅਵਸਥਾ ਕਿਹਾ ਗਿਆ। ਜਦੋਂ ਆਪਾਂ ਅਨਮਨੀ ਅਵਸਥਾ ਦੇ ਵਿੱਚ ਰੁਕ ਜਾਂਦੇ ਹਾਂ, ਟਿਕ ਜਾਂਦੇ ਹਾਂ, ਉਦੋਂ ਜਿਹੜਾ ਵਾ ਆਪਾਂ ਉਸ ਤੱਤ ਨੂੰ ਜਾਣ ਪਾਉਂਦੇ। ਫਿਰ ਉੱਥੇ ਫਿਰ ਬਾਣੀ 'ਚ ਵੀ ਕਿਹਾ ਵਾ, ਘੜੀਏ ਸੁਰਤ ਮਤ ਮਨ ਬੁੱਧ। ਨਿਜਰ ਸਾਹਿਬ ਬਿਲਕੁਲ, ਘੜੀਏ ਸੁਰਤ ਮਤ ਮਨ ਬੁੱਧ, ਘੜੀਏ ਸੁਰਾਂ ਸਿਦਾਂ ਕੀ ਸੁਧ। ਹਾਂ, ਉੱਥੇ ਜਾ ਕੇ ਉਹ ਚੀਜ਼ ਦੀ ਜਿਹੜੀ ਉਹਦੀ ਕੰਸਟਰਕਸ਼ਨ ਜਿਹੜੀ ਸਾਡੇ ਅੰਤਰਾਕਰਨ ਦੀ, ਉੱਥੇ ਜਾ ਕੇ ਹੀ ਹੋਣੀ ਆ। ਜੇਕਰ ਅਸੀਂ ਉੱਥੇ ਨਹੀਂ ਪਹੁੰਚਦੇ ਤੇ ਸਾਡੇ ਅੰਦਰ ਉਹ ਪਰਿਵਰਤਨ ਨਹੀਂ ਆਵੇਗਾ। ਅਮਰਜੀਤ ਜੀ, ਤੁਸੀਂ ਮਾਈਕ ਬੰਦ ਕਰ ਦਿਓ ਪਲੀਜ਼। ਹਾਂਜੀ ਅਮਰਜੀਤ ਜੀ, ਮਾਈਕ ਬੰਦ। ਮੈਂ ਕਰਦਾ ਜੀ ਗੋਰਖੀ ਸਾਹਿਬ। ਹਾਂਜੀ ਹਾਂਜੀ ਵੀਰ ਜੀ। ਦੱਸਣਾ ਚਾਹੁੰਦਾ, ਆਪ ਦੇ ਜੀਵਨ ਦੇ ਵਿੱਚ ਪਰਿਵਰਤਨ ਉਦੋਂ ਹੀ ਆਵੇਗਾ ਜਦੋਂ ਤੁਸੀਂ ਮਤਲਬ ਗਤੀਹੀਨ ਹੋ ਕੇ ਤੁਸੀਂ ਆਪਣੇ ਆਪ 'ਚ ਸਥਿਰ ਹੋ ਜਾਂਦੇ। ਬਿਲਕੁਲ ਸਹੀ ਗੱਲ ਹੈ। ਚਾਹੇ ਬਿਲਕੁਲ ਸਹੀ ਹੈ, ਬਿਲਕੁਲ। ਹਾਂਜੀ ਇਹੀ ਠੀਕ ਹੈ ਜੀ। ਜਿਹੜਾ ਤੁਸੀਂ ਕਰਮ ਕਰਦੇ ਜੇ ਨਾ, ਉਹ ਤੁਹਾਡੀਆਂ ਇੰਦਰੀਆਂ ਕਰ ਰਹੀਆਂ ਨੇ। ਉਹਦੇ ਨਾਲ ਤੁਹਾਡੇ ਨਹੀਂ ਕਿ ਤੁਹਾਡੇ ਮਨ ਦੀ ਸਥਿਤੀ ਨਹੀਂ ਜੋ ਬਦਲਣੀ। ਮਨ ਦੀ ਸਥਿਤੀ, ਬੁੱਧੀ ਦੀ ਸਥਿਤੀ, ਚਿੱਤ ਦੀ ਸਥਿਤੀ, ਇਹ ਨਿਜਰ ਸਾਹਿਬ ਉਦੋਂ ਬਦਲੂਗੀ ਜਦੋਂ ਅਸੀਂ ਆਪਣੇ ਅੰਦਰ ਸਥਿਰ ਹੋ ਜਾਵਾਂਗੇ। ਔਰ ਇਹੀ ਮੁਕਤੀ ਹੈ ਗੋਰਖੀ ਸਾਹਿਬ, ਇਹੀ ਮੁਕਤੀ ਹੈ। ਇਹ ਜਿਹੜੇ ਹੈ ਨਾ ਕਬੀਰ ਜੀ ਦਾ ਸ਼ਬਦ ਸ਼ੁਰੂ ਹੀ ਇੱਥੋਂ ਹੁੰਦਾ ਹੈ ਬਈ ਜੋ ਤੁਮ ਮੋਕੋ ਦੂਰ ਕਰਤੋ। ਕਹਿੰਦੇ ਜੇ ਤੂੰ ਹੁਣ ਮੈਨੂੰ ਆਪਣੇ ਚਰਨਾਂ ਤੋਂ, ਆਪਣੇ ਅੰਦਰ ਮੈਂ ਕੇਂਦਰਿਤ ਹੋ ਰਿਹਾ, ਜੇ ਇਸ ਤੋਂ ਮੈਨੂੰ ਦੂਰ ਕਰ ਦੇਂਗਾ ਤੇ ਫਿਰ ਦੱਸ ਦੇ ਹੁਣ ਹੋਰ ਮੁਕਤੀ ਕਿਹੜੀ ਹੈ ਭਾਈ, ਇਸ ਤੋਂ ਇਲਾਵਾ ਮੁਕਤੀ ਕਿਹੜੀ ਹੈ? ਇੱਕ ਤੋਂ ਅਨੇਕਤਾ ਦੇ ਵਿੱਚ ਤੂੰ ਆਪ ਬਣਿਆ ਹੋਇਆ ਹੈ। ਸਾਰਾ ਕੁਛ ਤਾਂ ਤੂੰ ਆਪ ਹੀ ਹੈ। ਤੂੰ ਇੱਕ ਇਕੱਲੇ ਤੋਂ ਤੂੰ ਸਾਰਾ ਵਿਸਤਾਰ ਕੀਤਾ ਹੈ। ਤੂੰ ਉਹਦੇ ਵਿੱਚ ਜਿਹੜਾ ਹੈਗਾ, ਤੇਰੀ ਮਾਇਆ ਦੇ ਵਿੱਚ ਜਿਹੜਾ ਹੈਗਾ, ਹੁਣ ਮੈਂ ਜੇ ਭਟਕੂੰਗਾ ਤੇ ਫਿਰ ਮੁਕਤ ਕਿਹੜੀ ਆ? ਹਾਂਜੀ ਵੀਰ ਜੀ। ਹਾਂ, ਇਹ ਸਾਧ ਸੰਗਤ ਜੀ, ਇਹ ਤੱਤ ਸਾਰ ਹੈਗਾ। ਬਾਕੀ ਲੋਕੀ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਣ, ਉਹ ਸਭ ਕਹਾਣੀਆਂ ਨੇ। ਇਹ ਆਖਰੀ ਅਵਸਥਾ ਹੈ, ਇਸ ਤੋਂ ਅੱਗੇ ਕੁਛ ਨਹੀਂ ਹੈਗਾ। ਬਾਣੀ 'ਚ ਵੀ ਕਿਹਾ ਵਾ ਕਿ ਉੱਥੇ ਕਿੱਦਾਂ ਘੜਿਆ ਜਾਂਦੀ ਹੈ ਬੁੱਧੀ, ਉਹ ਬਾਣੀ 'ਚ ਅਗਲੇ ਬੰਨੇ ਤੁਕ 'ਚ ਲਿਖਿਆ ਵਾ। ਉਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ ਏਦਾਂ ਕਿਉਂ ਹੁੰਦਾ। ਬਾਣੀ 'ਚ ਲਿਖਿਆ ਵਾ ਕਿ ਕਿੱਦਾਂ ਜਿਹੜੀ ਮੱਤ ਕਿੱਦਾਂ ਘੜੀ ਜਾਂਦੀ, ਬੁੱਧੀ ਇੰਨਾ ਪਤਾ ਕਿ ਘੜੀ ਜਾਂਦੀ ਹੈ। ਹਾਂ, ਕਹਿੰਦੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਹਿੰਦੇ ਨਹੀਂ ਦੱਸਿਆ ਜਾ ਸਕਦਾ।
ਹਾਂ ਨਹੀਂ ਦੱਸ ਸਕਦਾ ਕੋਈ, ਐਵੇਂ ਲੋਕੀ ਅੱਤ ਕਥਨੀ ਗੱਲ ਕਰ ਦਿੰਦੇ। ਜਿਹੜੀ ਚੀਜ਼ ਦਾ ਨਹੀਂ ਪਤਾ ਨਹੀਂ ਬੋਲਣਾ ਚਾਹੀਦਾ, ਪਰ ਲੋਕੀ ਬੋਲ ਦਿੰਦੇ ਨੇ। ਪਰ ਬਾਣੀ ਚੋਂ ਕਹਿੰਦੇ ਨਹੀਂ, ਅਸੀਂ ਨਹੀਂ ਬੋਲ ਸਕਦੇ, ਕਿਉਂਕਿ ਜੇ ਮੈਂ ਬੋਲ ਦਾਂਗਾ ਤੇ ਉਹ ਯਥਾਰਥ ਸੱਚ ਨਹੀਂ ਹੈਗਾ, ਕੇਵਲ ਅੰਦਾਜ਼ਾ ਹੈ, ਕਲਪਨਾ ਹੈ। ਔਰ ਕਲਪਨਾ ਸਾਡੀ ਬੁੱਧੀ ਕੀ ਕਰ ਲੂਗੀ? ਉਹੀ ਜਿਹੜਾ ਆਪਾਂ ਸਵਰਗ ਬਣਾਇਆ, ਉੱਥੇ ਸ਼ਰਾਬ ਦੀਆਂ ਨਦੀਆਂ ਨੇ, ਉੱਥੇ ਏਦਾਂ ਦੇ ਰੁੱਖ ਹੈਗੇ ਨੇ ਜਿੱਥੇ ਤੁਸੀਂ ਕਲਪਿਸ਼ ਹੈਗਾ, ਤੁਸੀਂ ਜੋ ਵੀ ਇੱਛਾ ਕਰੋਗੇ, ਖਾਣਾ ਮੰਗੋ ਖਾਣਾ ਮਿਲ ਜੂਗਾ। ਉੱਥੋਂ ਦੀ ਹੋਰ ਕਈ ਚੀਜ਼ਾਂ ਜਿਹੜੀਆਂ ਇਨਸਾਨ ਆਮ ਸਧਾਰਨ ਇਨਸਾਨ ਦੀ ਪਹੁੰਚ ਤੋਂ ਪਰੇ ਸੀ, ਤਾਂ ਓਦਾਂ ਦੀ ਕਲਪਨਾ ਕਰਕੇ ਇੱਕ ਸਵਰਗ ਬਣਾ ਦਿੱਤਾ। ਲੋਕੀ ਉਸ ਸਵਰਗ 'ਚ ਬਿਲੀਵ ਕਰਦੇ ਨੇ। ਹੁਣ ਵੇਖੋ ਕਈ ਧਰਮ ਹੈਗੇ ਨੇ ਆਪਣੇ, ਉਹ ਚੀਜ਼ ਨੂੰ ਸੱਚ ਮੰਨਦੇ, ਠੀਕ ਹੈ। ਤੇ ਜਦ ਕਿ ਉਹ ਚੀਜ਼ਾਂ ਤੇ ਆਮ ਹੀ ਹੈਗੀਆਂ ਨੇ, ਤੁਸੀਂ ਥੋੜੇ ਜਿਹੇ ਪੈਸੇ ਨਾਲ ਆਮ ਬਾਜ਼ਾਰੋਂ ਖਰੀਦ ਕੇ ਲਿਆ ਸਕਦੇ, ਕੋਈ ਵੱਡੀ ਕਹਾਣੀ। ਤਾਂ ਇੱਥੇ ਆਪਾਂ ਇਹ ਚੀਜ਼ ਨੂੰ ਸਮਝੀਏ। ਤੇ ਆਖਰੀ ਅਵਸਥਾ ਦੀ ਗੱਲ ਮੈਂ ਤੁਹਾਡੇ ਨਾਲ ਕਰ ਦਿੱਤੀ ਹੈ। ਆਪ ਪਲੀਜ਼ ਇਹ ਚੀਜ਼ ਨੂੰ ਧਿਆਨ ਨਾਲ ਵਿਚਾਰ ਕਰਨੀ। ਆਖਰ ਦੇ ਵਿੱਚ ਤੁਸੀਂ ਜਦੋਂ ਪਹੁੰਚਣਾ ਹੈ ਨਾ, ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਜਿਹੜਾ ਹੋਣਾ ਹੈ, ਉਹ ਇੱਕ ਸਿੰਪਲ ਜਿਹਾ ਹੀ ਤਰੀਕਾ ਵਾ। ਬਹੁਤਾ ਰਾਕਟ ਸਾਇੰਸ ਨਹੀਂ ਹੈਗੀ। ਤੇ ਇਹ ਨਾ ਸੋਚਿਓ ਕਿ ਪਤਾ ਨਹੀਂ ਕਿੱਥੇ ਪਹੁੰਚ ਜਾਣਾ ਹੈ, ਪਤਾ ਨਹੀਂ ਕੀ। ਆ ਜਿੰਨਾ ਵੀ ਤੁਸੀਂ 2-2.5 ਸਾਲ ਦਾ ਟਾਈਮ ਹੈਗਾ, ਇਹ ਕੇਵਲ ਤੁਹਾਡੇ ਉਸ ਅਵਸਥਾ ਤੱਕ ਪਹੁੰਚਣ ਦੇ ਲਈ ਹੈ। ਨਿਰਵਿਚਾਰ ਪਹੁੰਚਣ ਹੋਣ ਤੱਕ ਹੀ ਹੈ। ਨਿਰਵਿਚਾਰ ਜਦੋਂ ਤੁਸੀਂ ਹੋਗੇ, ਤੁਹਾਡਾ ਧਿਆਨ ਇਕਾਗਰ ਹੋਗੇ, ਉਹਦੇ ਵਿੱਚ ਹੀ ਬਾਣੀ ਚ ਕਿਹਾ ਸਵੈ ਵਿੱਚ ਅਸਤ ਹੋ ਜਾਣਾ। ਜਿੱਦਾਂ ਸੂਰਜ ਅਸਤ ਹੋ ਜਾਂਦਾ ਨਾ, ਤੇ ਜਿੱਦਾਂ ਤੁਸੀਂ ਕਹਿ ਲਓ ਕਿ ਲਾਲਟਨ ਨੂੰ ਘਟਾਉਂਦੇ ਇੱਕ ਸਮਾਂ ਆਊਗਾ ਬਿਲਕੁਲ ਬੰਦ ਹੋ ਜਾਣਾ। ਉਸੇ ਹੀ ਤਰ੍ਹਾਂ ਜਦੋਂ ਤੁਹਾਡੇ ਅੰਦਰ ਮਨ ਦੁਆਰਾ, ਚਿੱਤ ਦੁਆਰਾ, ਤੁਹਾਡੀਆਂ ਇੰਦਰੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੁਆਰਾ ਜਿਹੜਾ ਕੋਈ ਵੀ ਗਿਆਨ ਨਹੀਂ ਆਉਂਦਾ, ਸਾਰੇ ਗਿਆਨ ਸਟਾਪ ਹੋ ਜਾਂਦੇ ਆ। ਇਹਦਾ ਮਤਲਬ ਤੁਸੀਂ ਪ੍ਰਕਿਰਤੀ ਤੋਂ ਅੱਗੇ ਨਿਕਲ ਚੁੱਕੇ ਜੋ, ਤੁਸੀਂ ਕਾਲ ਤੋਂ ਵੀ ਅੱਗੇ ਨਿਕਲ ਚੁੱਕੇ ਜੋ। ਇਹੀ ਗੁਰਕੀ ਸਾਹਿਬ, ਇਹੀ ਪਰਮੇਸ਼ਰ ਦੇ ਚਰਨ ਹੈਗੇ ਆ ਭਾਈ। ਹਾਂ, ਔਰ ਫਿਰ ਜਦੋਂ ਉੱਥੇ ਤੁਸੀਂ ਪਹੁੰਚ ਜਾਂਦੇ ਜੋ ਨਾ, ਉਹੀ ਵਿਰਾਟ ਰੂਪ ਆ, ਔਰ ਉਹਦੇ ਅੰਦਰ ਹੀ ਆ ਸਾਰਾ ਕੁਛ। ਬਸ ਇਹ ਲਾਸਟ ਆ। ਇੱਥੇ ਜਾ ਕੇ ਤੁਸੀਂ ਸਾਰਾ ਤੁਹਾਨੂੰ ਜੀਵਨ ਦਾ ਸੱਚ ਸਮਝ ਆ ਜਾਣਾ। ਕਹਿਣ ਤੋਂ ਭਾਵ ਆ, ਜਿੱਦੋਂ ਤੁਸੀਂ ਬਾਰ-ਬਾਰ ਉੱਥੇ ਗਏ, ਸ਼ੁਰੂ 'ਚ ਤੁਸੀਂ ਉੱਥੇ ਸਮਾਧੀ 'ਚ ਅਨੁਭਵ ਕਰਦੇ, ਸਾਧਨਾ ਦੁਆਰਾ ਅਨੁਭਵ ਕਰਦੇ, ਬਾਅਦ ਦੇ ਵਿੱਚ ਤੁਹਾਡੀ ਚਿੱਤ 'ਚ ਵਿਚਾਰ ਨਹੀਂ ਆ ਸਕਦਾ, ਖਤਮ। ਉਹ ਬਾਣੀ 'ਚ ਕਹਿੰਦੇ ਨੇ ਜੋਤੀ ਜੋਤ ਰਲੀ ਸੰਪੂਰਨ ਕੀ ਆ? ਰਾਮ। ਜੋਤੀ 'ਚ ਜੋਤ ਰਲ ਗਈ ਬਸ। ਹੁਣ ਉਹ ਜਿਹੜਾ ਬੂੰਦ ਸੀ, ਉਹ ਭਰਮ ਸੀ, ਅਗਿਆਨ ਸੀ, ਅਸੁਰ ਵਾਲੇ ਕੰਮ ਕਰਦਾ ਸੀ, ਤੇ ਸੁਰ ਦੇ ਵਿੱਚ ਨਹੀਂ ਸੀ, ਬੇਸੁਰਾ ਸੀ। ਇਸ ਕਰਕੇ ਫਿਰ ਉਹ ਕਹਿੰਦੇ ਸੀ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਹੁਣ ਜਦੋਂ ਮੈਂ ਨਹੀਂ ਹੈਗਾ ਤੇ ਫਿਰ ਬ੍ਰਹਮ ਰਹਿ ਗਿਆ। ਇਹੋ ਹੀ ਖੇਡ ਹੈ, ਇੰਨੀ ਸਿੰਪਲ ਜੀ ਖੇਡ ਆ। ਬਾਕੀ ਜੇ ਔਖੀ ਕਰਨੀ ਤੇ ਜਿੰਨੀ ਮਰਜ਼ੀ ਔਖੀ ਕਰ ਲਓ। ਇਹ ਬੋਲਣ ਬਾਲਣ ਦਾ, ਕਹਿਣ ਦਾ, ਪੜ੍ਹਨ ਦਾ, ਸੁਣਨ ਦਾ ਵਿਸ਼ਾ ਨਹੀਂ ਆ। ਇਹ ਕੇਵਲ ਅਨੁਭਵ ਦਾ ਵਿਸ਼ਾ ਹੈ। ਬਿਲਕੁਲ। ਔਰ ਜਦੋਂ ਤੁਸੀਂ ਅਨੁਭਵ ਕੀਤਾ, ਹੁਣ ਇੱਥੇ ਇੱਕ ਚੀਜ਼ ਨੂੰ ਇੱਕ ਤਸਦੀਕ ਕਰਨਾ ਬੜਾ ਜ਼ਰੂਰੀ। ਜਿੱਦਣ ਤੁਹਾਡੇ ਜੀਵਨ ਦੇ ਵਿੱਚ ਆਪਣੇ ਆਪ ਪਰਿਵਰਤਨ ਆਉਣ ਡਿਆ ਪਿਆ ਨਾ, ਇਹਦਾ ਮਤਲਬ ਕਿ ਤੁਸੀਂ ਜਾਣੇ ਅਣਜਾਣੇ ਚ ਉਸ ਸਤਾ ਨੂੰ ਟੱਚ ਕਰ ਰਹੇ ਜੋ, ਕਿਉਂਕਿ ਉਹਦੇ ਤੋਂ ਬਿਨਾਂ ਇਹ ਤੁਹਾਡੇ ਜੀਵਨ ਚ ਬਦਲਾਵ ਨਹੀਂ ਆ ਸਕਦਾ। ਇਹ ਨਿਜਰ ਸਾਹਿਬ ਇੱਕ ਫੈਕਟ ਹੈਗਾ ਜੀ। ਬਿਲਕੁਲ ਸਹੀ ਹੈ ਜੀ। ਜੇਕਰ ਤੁਸੀਂ ਜਾਣੇ ਅਣਜਾਣੇ ਚ ਉਸ ਸਤਾ ਨੂੰ ਟੱਚ ਕਰ ਰਹੇ ਜੋ ਨਾ, ਚਾਹੇ 2 ਮਿੰਟ ਲਈ, 5 ਮਿੰਟ ਲਈ, 10 ਮਿੰਟ ਲਈ, ਇਹਦਾ ਮਤਲਬ ਇਹੋ ਹੀ ਆ ਕਿ ਤੁਸੀਂ ਉਹਦੇ ਪਾਰਸ ਦੇ ਲਾਗੇ ਜਾ ਰਹੇ ਹੋ। ਕਿਉਂਕਿ ਪਾਰਸ ਦਾ ਸੁਭਾਅ ਪਤਾ ਕੀ ਹੈ, ਉਹਦੇ ਲਾਗੇ ਜਦੋਂ ਵੀ ਕੋਈ ਚੀਜ਼ ਆਉਂਦੀ ਹੈ, ਚਾਹੇ ਥੋੜੀ ਜਿਹੀ ਟੱਚ ਹੋ ਗਈ, ਜਿਹੜੀ ਚੀਜ਼ ਟੱਚ ਹੋ ਗਈ ਨਾ, ਉਹਦੇ ਵਿੱਚ ਪਵਿੱਤਰਤਾ ਹੋਈ, ਉਹਨੇ ਸੋਨਾ ਪਾ। ਗੋਰਖੀ ਜੀ ਦਾ ਜਿਹੜਾ ਹੈਗਾ ਕਨੈਕਸ਼ਨ ਜਿਹੜਾ ਹੈਗਾ ਕੱਟ ਗਿਆ ਜੀ। ਹਾਂ ਕੋਈ ਨਹੀਂ, ਆ ਜਾਂਦੇ ਹੋ ਆਪਾਂ ਅੱਗੇ, ਜਦ ਤੱਕ ਇਸ ਨੂੰ ਜਿਹੜਾ ਹੈਗਾ ਹੋਰ ਇਹਦਾ ਵਿਸਤਾਰ ਕਰਦੇ ਹਾਂ ਸ਼ਬਦ ਦਾ। ਇਹਦੇ ਵਿੱਚ ਕਬੀਰ ਜੀ ਜਿਹੜੇ ਹੈਗੇ ਆ ਕਹਿੰਦੇ ਆ, ਜੋ ਤੁਮੇ ਮੋਕੋ ਦੂਰ ਕਰਤ ਹੋ ਤੋ ਤੁਮ ਮੁਕਤ ਬਤਾਵੋ। ਹੇ ਮੇਰੇ ਮਾਲਕਾ,
ਮੈਂ ਤਾਂ ਤੇਰੀ ਕਿਰਪਾ ਦੇ ਨਾਲ ਤੂੰ ਗੁਰੂ ਨੂੰ ਮਿਲਾਇਆ, ਗੁਰੂ ਨੂੰ ਮਿਲ ਕੇ ਗਿਆਨ ਦਿੱਤਾ ਗੁਰੂ ਨੇ ਮੈਨੂੰ, ਗਿਆਨ ਦੇ ਕੇ ਮੈਂ ਜਿਹੜਾ ਹੈਗਾ ਆਪਣੇ ਅੰਦਰ ਵੜਿਆ ਆ, ਮੈਂ ਵਿਚਾਰ ਮੰਡਲ ਕ੍ਰਾਸ ਕੀਤਾ ਆ, ਅਤੇ ਮੈਂ ਤਾਂ ਤੇਰੇ ਚਰਨਾਂ ਦੇ ਵਿੱਚ ਬੈਠਾ ਆ, ਤੇਰੇ ਚਰਨ ਫੜੇ ਹੋਏ ਆ, ਮੈਂ ਤਾਂ ਤੇਰੇ ਚਰਨਾਂ ਦੇ ਵਿੱਚ ਆ ਮਾਲਕਾ, ਤੇਰੀ ਹਾਜ਼ਰੀ ਦੇ ਵਿੱਚ, ਤੇਰੀ ਹਜ਼ੂਰੀ ਦੇ ਵਿੱਚ ਹੈਗਾ, ਤੇਰੀ ਕਿਰਪਾ ਦੇ ਨਾਲ। ਜੋ ਤੁਮ ਮੋਕੋ ਦੂਰ ਕਰ ਦੋ। ਇਸ ਤੋਂ ਹੁਣ ਮੈਨੂੰ ਹੁਣ ਜਿਹੜਾ ਹੈਗਾ ਹੁਣ ਮੈਂ ਕਿੱਥੇ ਭਰਮ ਸਕਦਾ, ਹੁਣ ਜਿਹੜਾ ਹੈਗਾ ਹੁਣ ਮੈਨੂੰ ਆ ਤੇਰੀ ਮਾਇਆ ਜਿਹੜੀ ਹੈਗੀ ਆ, ਇਹ ਖੇਡ ਜਿਹੜੀ ਹੈਗੀ ਆ, ਇਹਦੇ ਵਿੱਚ ਜਿਹੜਾ ਹੈਗਾ ਇਹ ਤੇਰੇ ਚਰਨਾਂ ਤੋਂ ਦੂਰ ਹੋਣਾ ਜਿਹੜਾ ਹੈਗਾ, ਅਤੇ ਫਿਰ ਮੁਕਤੀ ਕਿਹਨੂੰ ਕਹਿੰਦੇ ਆ? ਜੇ ਇਹ ਤੇਰੇ ਚਰਨਾਂ ਦੇ ਵਿੱਚ ਰਹਿਣਾ ਮੁਕਤੀ ਨਹੀਂ ਆ, ਅਤੇ ਫਿਰ ਹੋਰ ਮੁਕਤੀ ਕਿਹੜੀ ਹੈਗੀ ਆ? ਹੋਰ ਮੁਕਤੀ ਕਿਹਨੂੰ ਕਹਿੰਦੇ ਆ? ਜੋ ਤੁਮ ਮੋਕੋ, ਮੈਂ ਮੁਕਤ ਕਿੱਥੋਂ ਹੋਣਾ ਹੈ? ਮੈਂ ਤਾਂ ਵਿਚਾਰਾਂ ਤੋਂ ਮੁਕਤ ਹੋਣਾ ਹੈ, ਉਹ ਤਾਂ ਮੈਂ ਹੋ ਗਿਆ, ਉਹ ਤਾਂ ਤੇਰੀ ਕਿਰਪਾ ਦੇ ਨਾਲ ਹੋ ਗਿਆ ਹੈ। ਜੋ ਤੁਮੇ ਮੋਕੋ ਦੂਰ ਕਰ ਤੋ ਤੁਮ ਮੁਕਤ ਬਤਾਵੋ। ਹੋਰ ਮੁਕਤੀ ਕਿਹੜੀ ਹੈਗੀ ਆ ਭਾਈ? ਹੋਰ ਕਿਹੜੀ ਮੁਕਤੀ ਹੈਗੀ ਆ? ਹੋਰ ਕਿਸ ਤੋਂ ਮੁਕਤ ਹੋਣਾ ਹੈ ਆਪਾਂ ਨੇ? ਏਕ ਅਨੇਕ ਹੋਏ ਰਹੇ ਹੋ ਸਗਲ ਮੈਂ ਅਬ ਕੈਸੇ ਪਰਮਾਓ। ਕਹਿੰਦੇ ਤੂੰ ਹੀ ਮਾਲਕ ਆ ਸਾਰਿਆਂ ਦੇ ਵਿੱਚ, ਤੂੰ ਇਕੱਲਾ ਹੈ, ਸਾਰਾ ਕੁਛ ਜੋ ਕੁਛ ਵੀ ਹੈਗਾ ਤੇਰੇ ਤੋਂ ਇਲਾਵਾ ਕੁਛ ਵੀ ਨਹੀਂ ਹੈ, ਤੇਰੇ ਤੋਂ ਇਲਾਵਾ ਕੁਛ ਵੀ ਨਹੀਂ ਆ। ਜੋ ਜੜ ਹੈਗਾ, ਜੋ ਪ੍ਰਕਿਰਤੀ ਹੈਗੀ, ਜੋ ਜੀਵ ਹੈਗੇ, ਜੋ ਸਾਰਾ ਕੁਛ ਤੂੰ ਹੀ ਹੈਗਾ ਆ। ਏਕ ਅਨੇਕ ਹੋਏ ਰਹੇ ਹੋ ਸਗਲ ਮੈਂ ਅਬ ਕੈਸੇ ਪਰਮਾਵੋ। ਹੁਣ ਇਹ ਤੇਰਾ ਧੋਖਾ ਜਿਹੜਾ ਹੈਗਾ, ਭਰਮ ਜਿਹੜਾ ਹੈਗਾ, ਨਹੀਂ ਮੈਂ ਇਹਦੇ ਵਿੱਚ ਨਹੀਂ ਫਸੂੰਗਾ ਮਾਲਕਾ, ਮੈਂ ਤੇਰੇ ਚਰਨਾਂ ਦੇ ਵਿੱਚ, ਮੈਂ ਮੁਕਤ ਹੈਗਾ, ਮੈਂ ਹੋਰ ਕਿਤੇ ਕੁਛ ਨਹੀਂ, ਕਿਤੇ ਮੁਕਤੀ ਮੈਨੂੰ ਨਹੀਂ ਚਾਹੀਦੀ, ਕੋਈ ਮੁਕਤੀ ਹੈ ਨਹੀਂ ਹੋਰ ਤੇਰੇ ਚਰਨਾਂ ਤੋਂ ਇਲਾਵਾ। ਰਾਮ ਮੁਕਤਾਰ ਕਹਾਂ ਲੈ ਜਾਈ ਹੈ, ਇਸ ਤੋਂ ਤੇਰੇ ਚਰਨਾਂ ਤੋਂ ਮੈਂ ਤਾਂ ਮੁਕਤ ਬੈਠਾ ਹਾਂ, ਹੋਰ ਮੈਂ ਕਿੱਥੇ ਤਰਨਾ ਹੈ, ਕਿਹੜੇ ਪਾਸੇ ਜਾਣਾ ਹੈ, ਕਿਹੜੀ ਚੀਜ਼ ਨੂੰ ਪਾਰ ਕਰਨਾ ਹੈ? ਮੈਂ ਤਾਂ ਆਲਰੇਡੀ ਜਿਹੜਾ ਹੈਗਾ ਸੰਸਾਰ ਸਮੁੰਦਰ ਕਾਹਦਾ ਹੈਗਾ? ਸਮੁੰਦਰ ਇਹ ਵਿਚਾਰਾਂ ਦਾ ਸਮੁੰਦਰ ਹੈ, ਉਹ ਤਾਂ ਮੈਂ ਕ੍ਰਾਸ ਕਰ ਲਿਆ। ਰਾਮ ਮੁਕਤਾਰ ਕਹਾਂ ਲੈ ਜਾਈ ਹੈ, ਹੁਣ ਤਾਂ ਇਹ ਪਟਲ 'ਤੇ ਕੋਈ ਵਿਚਾਰ ਆਉਂਦਾ ਹੀ ਨਹੀਂ ਹੈਗਾ। ਰਾਮ ਮੁਕਤਾਰ ਕਹਾਂ ਲੈ ਜਾਈ ਹੈ, ਸੋਧੋਂ ਮੁਕਤ ਕਹਾਂ ਦੇਵ ਕੈਸੀ, ਕਰ ਪ੍ਰਸਾਦ ਮੋਹਿ ਪਾਈ ਹੈ। ਮੈਂ ਤਾਂ ਸੋਚ ਰਿਹਾ ਕਿ ਹੋਰ ਮੁਕਤੀ ਕਿਹੜੀ ਆ? ਉਹ ਤੇਰੇ ਹੀ ਪ੍ਰਸਾਦ ਦੇ ਨਾਲ, ਤੂੰ ਜਿਹੜਾ ਕਿਰਪਾ ਕੀਤੀ, ਬ੍ਰਹਮ ਗਿਆਨ ਦਿੱਤਾ, ਔਰ ਬ੍ਰਹਮ ਗਿਆਨ ਗੁਰੂ ਦੀ ਮੱਤ 'ਤੇ ਚੱਲ ਕੇ ਉਹ ਮੁਕਤੀ ਮੈਨੂੰ ਮਿਲ ਗਈ, ਮੈਂ ਤੇਰੇ ਚਰਨਾਂ 'ਚ ਜੁੜ ਗਿਆ। ਹੋਰ ਮੁਕਤੀ ਕਿੱਥੇ ਜਾਣਾ ਹੈ? ਕਿਹਦੇ ਤੋਂ ਮੁਕਤ ਹੋਣਾ ਹੈ? ਹੋਰ ਰਹਾਓ ਤਾਰਨ ਤਰਨ ਤਬੈ ਲ ਕਹੀਏ ਜਬ ਲਗ ਤੱਥ ਨਾ ਜਾਣਿਆ। ਕਹਿੰਦੇ ਤਾਰਨ ਤੇ ਤਰਨ ਕਹਿੰਦੇ ਆ ਜਹਾਜ਼ ਨੂੰ, ਤਾਰਨ ਕਹਿੰਦੇ ਪਾਰ ਜਾਣ ਨੂੰ, ਕਹਿੰਦੇ ਤਾਰਨ ਤਬੈ ਲ ਕਹੀਏ, ਤਦ ਕੀ ਇਹ ਤਰਨ ਤਾਰਨ ਜਿਹੜਾ ਹੈਗਾ ਸਮੁੰਦਰ ਤੇ ਜਹਾਜ਼ ਦੀ ਗੱਲ ਤਦ ਤੱਕ ਹੀ ਹੈਗੀ ਜਦ ਤੱਕ ਕਿ ਤੱਤ ਦਾ ਪਤਾ ਨਹੀਂ ਲੱਗ ਗਿਆ। ਹੁਣ ਤਾਂ ਤੱਤ ਦਾ ਪਤਾ ਲੱਗ ਗਿਆ ਵੀ ਤੇਰੇ ਤੋਂ ਇਲਾਵਾ ਤਾਂ ਅਸੀਂ ਕਿਤੇ ਹੈ ਹੀ ਨਹੀਂ, ਅਸੀਂ ਤਾਂ ਬੈਠੇ ਹੀ ਤੇਰੇ ਅੰਦਰ ਹੈਗੇ ਹਾਂ, ਤੇਰੇ ਅੰਦਰ ਹੀ ਹੈਗੇ ਹਾਂ। ਇਹ ਤੱਤ ਪਤਾ ਲੱਗ ਗਿਆ। ਹੁਣ ਬਸ ਜਦ ਪਤਾ ਲੱਗ ਗਿਆ ਵੀ ਆਪਾਂ ਪਰਮਾਤਮਾ ਦੇ ਅੰਦਰ ਹੀ ਬੈਠੇ ਹੋਏ ਹਾਂ, ਅਤੇ ਫਿਰ ਵਿਚਾਰ ਕਿਹੜੇ ਪਾਸੇ ਜਾਣਗੇ? ਜਦ ਆਪਾਂ ਡੁਐਲਿਟੀ, ਦੂਸਰਾ, ਜਦ ਆਪਣੀ ਹਉਮੈ, ਆਪਣੇ ਆਪ ਨੂੰ, ਆਪਣੇ ਸਰੀਰ ਨੂੰ ਜਿਹੜਾ ਕੁਛ ਇਕਾਈ, ਕੁਛ ਸਮਝਾਂਗੇ, ਆਪਣੇ ਆਪ ਨੂੰ ਕਿਸੇ ਨੂੰ ਦੂਜਾ ਤੀਸਰਾ ਸਮਝਾਂਗੇ, ਆਪਣੇ ਆਪ ਨੂੰ ਪਹਿਲਾ ਸਮਝਾਂਗੇ, ਆਪਾਂ ਕਰਤਾ ਸਮਝਾਂਗੇ, ਬਸ ਤਦ ਹੀ ਫਸਦੇ ਆ ਆਪਾਂ। ਹੁਣ ਤਾਂ ਤੱਤ ਪਤਾ ਲੱਗ ਗਿਆ ਬਈ ਮੈਂ ਕੁਛ ਵੀ ਨਹੀਂ ਹੈਗਾ, ਮੈਂ ਕੁਛ ਨਹੀਂ ਹੈ, ਇਹ ਸਿਰਫ ਜਿਹੜਾ ਹੈਗਾ ਜੋ ਦਿਸ ਰਿਹਾ ਆ, ਇਹੀ ਭਰਮ ਹੈਗਾ। ਤਾਰਨ ਤਰਨ ਤਬੇ ਲਗ ਕਹੀਏ ਜਬ ਲਗ ਤੱਥ ਨਾ ਜਾਣਿਆ, ਅਬ ਤੋਂ ਬਿਮਲ ਭਏ ਕਟ ਹੀ ਮੈਂ ਕਹਿ ਕਬੀਰ ਮਨ ਮਾਨਿਆ। ਕਹਿੰਦੇ ਹੁਣ ਤਾਂ ਜਿਹੜਾ ਹੈਗਾ ਵੇ ਵਿਚਾਰ ਰੂਪ ਮਾਇਆ ਜਿਹੜੀ ਹੈਗੀ ਆ ਬਿਲਕੁਲ ਪਾਸੇ ਹੋ ਗਈ ਆ। ਬਿਮਲ ਕਹਿੰਦੇ ਆ ਬਹੁਤ ਹੀ ਪਵਿੱਤਰ ਹੋ ਗਏ, ਘਟ ਦੇ ਅੰਦਰ ਹੀ, ਆਪਣੇ ਅੰਦਰ ਹੀ ਵੜ ਕੇ ਪਵਿੱਤਰ ਹੋ ਗਏ। ਅਬ ਤੋਂ ਬਿਮਲ ਪਏ ਘਟ ਹੀ ਮੈਂ ਕਹਿ ਕਬੀਰ ਮਨ ਮਾਨਿਆ। ਔਰ ਉਹ ਪਤੰਦਰ ਮਨ ਜਿਹੜਾ ਹੈਗਾ ਮੇਰਾ ਨਹੀਂ ਮੰਨਦਾ ਸੀਗਾ, ਜਿਹੜਾ ਆਕਾਰ ਤੇ ਸਵਾਦਾਂ ਤੇ ਚੋਗੇ ਤੇ ਬਾਹਰ ਜਿਹੜਾ ਹੈਗਾ ਡਿੱਗਦਾ ਸੀਗਾ, ਉਹ ਵੀ ਪਤੰਦਰ ਮੰਨ ਗਿਆ, ਉਹ ਵੀ ਮੰਨ ਗਿਆ। ਉਹ ਮਨ ਵੀ ਜਿਹੜਾ ਜਿਹਨੂੰ ਵਿਚਾਰਾਂ ਨੇ ਜਿਹੜਾ ਘੋੜਾ ਬਣਾਇਆ ਹੋਇਆ ਸੀ ਮਨ ਨੂੰ, ਔਰ ਦੜਾਈ ਜਾਂਦੇ ਸੀ ਵਿਚਾਰ ਜਿਹੜੇ ਹੈਗੇ, ਉਹ ਮਨ ਜਿਹੜਾ ਹੈਗਾ ਹੁਣ
ਹੁਣ ਜਿਹੜਾ ਹੈਗਾ ਉਹ ਮਨ ਨੇ ਜਿਹੜਾ ਹੈਗਾ ਵਿਚਾਰਾਂ ਨੂੰ ਘੋੜਾ ਬਣਾ ਲਿਆ, ਔਰ ਫਿਰ ਜਿਹੜਾ ਕਾਰਨ ਸਰੀਰ ਖਤਮ ਹੋ ਗਿਆ, ਉੱਥੇ ਤਾਂ ਤੂੰ ਹੀ ਤੂੰ ਹੈਗਾ, ਆਤਮਾ ਹੀ ਆਤਮਾ ਰਹਿ ਗਈ ਹੈ। ਇਹ ਵਿਚਾਰ ਹੀ ਜਿਹੜੇ ਸੀਗੇ ਇਹੀ ਕਾਲਕ ਸੀਗੀ, ਇਹੀ ਜਿਹੜੀ ਹੈਗੀ ਆ ਖੇਡ ਸੀਗੀ, ਇਹੀ ਭਰਮ ਸੀਗਾ, ਇਹੀ ਧੋਖਾ ਸੀਗਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਹੁਣ ਨਿਜਸ ਥੋੜਾ ਜਿਹਾ ਹਲਕਾ ਫੇਰ ਕਰ ਦੋ, ਮੈਂ ਥੋੜਾ ਕਿਤੇ ਹੋਰ ਚਲ ਗਿਆ ਹਾਂ। नहीं कोई नहीं जी। जो तुम्हें मोको दूर करत हो तो तुम मुक्त बतावो। ਕਹਿੰਦੇ ਮੈਂ ਤੇਰੇ ਚਰਨਾਂ 'ਚ, ਤੇਰੀ ਕਿਰਪਾ ਹੋ ਗਈ ਆ, ਤੂੰ ਮੈਨੂੰ ਧਿਆਨ ਸਿਮਰਨ ਦੇ ਜਿਹੜਾ ਹੈਗਾ ਗਿਆਨ ਦਿੱਤਾ ਆ ਬ੍ਰਹਮ ਗਿਆਨੀਆਂ ਦੇ ਕੋਲੋਂ, ਅਤੇ ਉਹਦੀ ਬਰਕਤ ਦੇ ਨਾਲ, ਉਹਦੇ ਪ੍ਰਸਾਦ ਦੇ ਨਾਲ ਮੈਂ ਤੇਰੇ ਚਰਨਾਂ ਦੇ ਵਿੱਚ ਆ ਗਿਆ ਹਾਂ, ਤੇਰੇ ਚਰਨਾਂ 'ਚ ਜੁੜ ਗਿਆ। ਮੇਰੇ ਵਿਚਾਰ ਬੰਦ ਹੋ ਗਏ ਆ। ਜੋ ਤੁਮੇ ਮੋਕੋ ਦੂਰ ਕਰ ਦੋ ਤੋ ਤੁਮ ਮੁਕਤ ਬਤਾਵੋ। ਹੁਣ ਇਸ ਤੋਂ ਜਿਹੜਾ ਹੈਗਾ ਇਹਦੇ ਤੋਂ ਜਿਹੜਾ ਹੈਗਾ ਹੋਰ ਮੁਕਤੀ ਕਿਹੜੀ ਆ? ਤੇਰੇ ਚਰਨਾਂ 'ਚੋਂ ਜੇ ਤੂੰ ਮੈਨੂੰ ਦੂਰ ਕਰਦਾ ਤੇ ਫਿਰ ਹੋਰ ਕਿਹੜੀ ਮੁਕਤੀ ਆ ਭਾਈ? ਹੋਰ ਕਿਹਨੂੰ ਕਹਿੰਦੇ ਆ ਮੁਕਤੀ? ਮੁਕਤੀ ਤਾਂ ਤੇਰੇ ਚਰਨ ਹੀ ਤਾਂ ਮੁਕਤੀ ਹੈਗੀ। ਜੋ ਤੁਮੇ ਮੋਕੋ ਦੂਰ, ਚਰਨ ਕੀ ਹੈਗੇ? ਚਰਨ ਹੈਗੇ ਜਿਹੜੇ ਆਪਾਂ ਇਹ ਆਪਣੀ ਆਤਮਾ ਦੇ ਵਿੱਚ ਸੁਰਤ ਜਾ ਰਹੀ ਆ, ਉਹ ਚਰਨ ਹੈਗੇ ਭਾਈ। ਜੋ ਤੁਮੇ ਮੋਕੋ ਦੂਰ ਕਰਤ ਹੋ ਤੋ ਤੁਮ ਮੁਕਤ ਬਤਾਵੋ। ਇਹ ਸੁਣਨ, ਇਹੀ ਤਾਂ ਚਰਨ ਹੈਗੇ ਆ। ਏਕ ਅਨੇਕ ਹੋਏ ਰਹਿਓ ਸਗਲ ਮੈਂ ਅਬ ਕੈਸੇ ਪਰਮਾਵੋ। ਤੂੰ ਤਾਂ ਸਾਰਿਆਂ ਦੇ ਵਿੱਚ, ਤੂੰ ਹੀ ਹੈਗਾ ਸਾਰਿਆਂ ਦੇ ਵਿੱਚ, ਤੇਰੇ ਤੋਂ ਇਲਾਵਾ ਕੁਛ ਵੀ ਨਹੀਂ ਹੈਗਾ। ਤੂੰ ਇਕੱਲਾ ਹੈਗਾ ਸੀ ਔਰ ਉਸ ਤੋਂ ਅਨੇਕਤਾ ਦੇ ਵਿੱਚ ਆ ਗਿਆ ਹੈ। ਅਤੇ ਜੇ ਮੈਂ ਤੈਨੂੰ ਜਿਹੜਾ ਹੈਗਾ ਨਹੀਂ ਸਮਝੂੰਗਾ ਸਾਰਿਆਂ ਦੇ ਵਿੱਚ, ਫਿਰ ਮੈਂ ਫਸ ਗਿਆ, ਫਿਰ ਮੈਂ ਜਾਲ ਦੇ ਵਿੱਚ ਫਸ ਗਿਆ। ਏਕ ਅਨੇਕ ਹੋਏ ਰਹਿਓ ਸਗਲ ਮੈਂ ਅਬ ਕੈਸੇ ਪਰਮਾਵੋ। ਕਹਿੰਦੇ ਹੁਣ ਨਹੀਂ ਮੈਂ ਫਸ ਸਕਦਾ ਇਸ ਜਾਲ ਦੇ ਵਿੱਚ, ਹੁਣ ਮੈਨੂੰ ਪਤਾ ਲੱਗ ਗਿਆ ਵੀ ਤੂੰ ਹੀ ਹੈਗਾ ਸਾਰਿਆਂ ਦੇ ਵਿੱਚ। ਰਾਮ ਮੋਕੋ ਤਾਰ ਕਹਾਂ ਲੈ ਜਾਈ ਹੈ। ਮੈਨੂੰ ਹੁਣ ਧਾਰ ਕੇ ਕਿਹੜੇ ਪਾਸੇ ਮੈਂ ਤਰਨਾ ਹੈ ਭਾਈ? ਕਿੱਧਰ ਨੂੰ ਜਾਣਾ ਹੈ? ਕਿਹੜਾ ਜਹਾਜ਼ ਚਾਹੀਦਾ ਹੈ? ਇਹ ਵਿਚਾਰਾਂ ਤੋਂ ਤਾਂ ਤਰਨਾ ਸੀਗਾ। ਵਿਚਾਰਾਂ ਤੋਂ ਤੈਨੂੰ ਨਾਮ ਵਾਲਾ ਸੁਰਤ, ਜਿਹੜਾ ਧਿਆਨ ਸਿਮਰਨ ਵਾਲਾ ਜਹਾਜ਼ ਮੈਨੂੰ ਮਿਲ ਗਿਆ ਆ, ਅਤੇ ਉਹ ਮੈਂ ਉਹਦੇ ਉੱਤੇ ਜਿਹੜਾ ਹੈਗਾ ਬਾਹਰ ਆ ਗਿਆ ਹੈ। ਤੇਰੇ ਵਿਚਾਰ ਮੰਡਲ ਤੋਂ ਬਾਹਰ ਆ ਗਿਆ ਹੈ ਮੈਂ। ਵਿਚਾਰ ਮੇਰੇ ਕੰਟਰੋਲ ਦੇ ਵਿੱਚ ਆ ਗਿਆ। ਰਾਮ ਮੋਕੋ ਤਾਰ ਕਹਾਂ ਲੈ ਜਾਈ ਹੈ, ਸੋਧੋ ਮੁਕਤ ਕਹਾਂ ਦਿਓ ਕੈਸੀ, ਕਰ ਪ੍ਰਸਾਦ ਮੋਹੇ ਪਾਈ ਹੈ। ਕਹਿੰਦੇ ਆਹੀ ਤਾਂ ਮੁਕਤੀ, ਜਿਹੜਾ ਮੈਂ ਵਿਚਾਰ ਮੰਡਲ ਕ੍ਰਾਸ ਕਰ ਲਿਆ, ਇਹ ਤਾਂ ਤੇਰੇ ਪ੍ਰਸਾਦ ਦੇ ਨਾਲ, ਤੇਰੀ ਕਿਰਪਾ ਦੇ ਨਾਲ, ਤੂੰ ਬ੍ਰਹਮ ਗਿਆਨ ਦਿੱਤਾ ਮੈਨੂੰ, ਔਰ ਉਹਦੇ ਨਾਲ ਮੈਂ ਇਹ ਮੁਕਤੀ ਪਾ ਲਈ ਆ। ਹੋਰ ਮੈਂ ਸੋਚਦਾ ਹਾਂ ਵੀ ਹੋਰ ਕਿਹੜੀ ਮੁਕਤੀ ਹੁੰਦੀ ਆ ਭਾਈ? ਇਹ ਕਹੀ ਜੀ ਮੁਕਤੀ ਹੈ ਜਿਹੜੇ ਇਹ ਲੋਕ ਕਹਿ ਰਹੇ ਆ, ਇਹ ਦੁਨੀਆ ਵਾਲੇ ਜਿਹੜੇ ਹੈਗੇ, ਕਿੱਧਰ ਨੂੰ ਲੈ ਕੇ ਜਾਣੇ? ਕਿਹੜੀ ਮੁਕਤੀ ਕਹਿੰਦੇ ਆ? ਇਹ ਕਿਹੜੀਆਂ ਗੱਲਾਂ ਕਰਦੇ ਆ ਮੁਕਤੀ ਦੀਆਂ? ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਉਹ ਗੱਲ ਕਲੀਅਰ ਕਰ ਰਹੇ ਨੇ। ਇਹ ਬਾਣੀ ਕਿਹਨਾਂ ਦੀ ਆ? ਕਬੀਰ ਜੀ ਦੀ। ਕਰ ਲੋ ਕਬੀਰ ਜੀ ਦੀ ਬਾਣੀ, ਕਿੱਡੀ ਕਲੀਅਰ ਗੱਲ ਕਰ ਰਹੀ ਹੈ ਤੇ ਲੋਕ ਕਿੰਨਾ ਭਰਮ ਪਾ ਰਹੇ। ਇਹ ਨਾ ਬਾਣੀ ਨੂੰ ਵਰਤ ਲੈਂਦੇ ਨੇ, ਉਹ ਫਿਰ ਆਪਣਾ ਦਿਮਾਗ ਲਾ ਕੇ ਕੋਈ ਕਹਾਣੀਆਂ ਬਣਾ ਦਿੰਦੇ। ਹਾਂਜੀ ਠੀਕ ਹੈ ਜੀ। ਕਹਿੰਦੇ ਆ ਏਕ ਅਨੇਕ ਹੋਏ ਰਹੋ ਸਗਲ ਮੈਂ ਅਬ ਕੈਸਾ ਪਰਮਾਓ। ਹਾਂ, ਇਹ ਕਹਿੰਦੇ ਮੈਂ ਉਸ ਤੱਤ, ਇਹ ਵੇਖੋ ਨਿੱਜਰ ਸਾਹਿਬ। ਹਾਂਜੀ ਕੀ ਕਹਿ ਰਹੇ ਸੀ? ਮੈਂ ਇਹ ਕਹਿ ਰਿਹਾ ਸੀਗਾ ਬਈ ਕਹਿੰਦੇ ਆ ਜੀ, ਕਹਿੰਦੇ ਆ ਵੀ ਬਸ ਜੀ ਹੁਣ ਉਹ ਜਿਹੜੀ ਹੈਗੀ ਆਪਣੀ ਦੁਆਰਕਾ, ਕੀ ਉਹਨੂੰ ਕਹਿੰਦੇ ਆ, ਕਾਸ਼ੀ ਜਿਹੜਾ ਹੈਗਾ, ਉਹ ਕਾਸ਼ੀ ਦੇ ਵਿੱਚ ਜਿਹਨੇ ਪ੍ਰਾਣ ਨਹੀਂ ਤਿਆਗੇ ਤੇ ਉਹ ਤਾਂ ਬੰਦਾ ਫਿਰ ਮੁਕਤ ਹੋ ਹੀ ਨਹੀਂ ਸਕਦਾ। ਕਹਿੰਦੇ ਇਹ ਕਹੀ ਜੀ ਮੁਕਤੀ ਆ ਭਾਈ, ਇਹ ਕਹੀ ਜੀ ਮੁਕਤੀ ਦੀ ਗੱਲ ਕਰ ਰਹੇ ਆ। ਆਹ ਗੱਲ ਆ। ਕਾਸ਼ੀ ਨੂੰ ਵੀ ਛੱਡੋ ਤੇ ਉਸ ਤੋਂ ਬਾਅਦ ਨਜਰ ਸਾਹਿਬ ਇਹ ਨਹੀਂ ਕਹਿੰਦੇ ਪਹਿਲਾਂ ਚੀਟੀ ਮਾਰ ਕੇ, ਚੀਟੀ ਚੜ੍ਹਦੀ ਹੈ, ਡਿੱਗਦੀ ਹੈ, ਫਿਰ ਮੱਕੜੀ, ਫਿਰ ਮੱਕੜੀ ਤੋਂ ਬਾਅਦ ਪੰਛੀ ਮਾਰਗ। ਕਿੱਦਾਂ ਦੀ ਕਲਪਨਾ! ਇਨਸਾਨ ਏਦਾਂ ਹੀ ਕਰਦਾ, ਏਦਾਂ ਦੀਆਂ ਕਹਾਣੀਆਂ ਬਣਾ ਦਿੰਦਾ, ਔਰ ਲੋਕੀ ਵਿਸ਼ਵਾਸ ਵੀ ਕਰਦੇ ਝੂਠ। ਠੀਕ ਹੈ ਜੀ। ਹੁਣ ਇੱਥੇ ਕਹਿੰਦੇ ਨੇ ਕਿ ਜਬ ਤੁਮ ਕੋ, ਹੁਣ ਤੂੰ ਦੂਰ ਤੇ ਹੈ ਨਹੀਂ, ਉਹ ਕਿਉਂਕਿ ਹੈ ਹੀ ਉਹ ਆ। ਲੋਕੀ ਕਹਿੰਦੇ ਤੁਹਾਨੂੰ ਪ੍ਰਮਾਤਮਾ ਨਾਲ ਮਿਲਾ ਦਈਏ, ਉਹ ਸਭ ਗੱਪਾਂ ਨੇ। ਕੌਣ ਕਿਸੇ ਨੂੰ ਪ੍ਰਮਾਤਮਾ ਨੂੰ ਮਿਲਾ ਸਕਦਾ? ਸਾਡਾ ਆਪਣਾ ਜਿਹੜਾ ਆਖਰੀ ਬਿੰਦੂ ਉਹੀ ਤੇ ਪ੍ਰਮਾਤਮਾ ਹੈ, ਜਿਹੜਾ ਸਰਬ ਵਿਆਪਕ ਹੈ, ਜਿਹਦੇ ਅੰਦਰ ਸਾਰਾ ਕੁਝ ਚੱਲ ਰਿਹਾ। ਜਿੱਦਾਂ ਆਕਸੀਜਨ ਦੇ ਨਾਲ ਸਾਰੇ ਜਿੰਦਾ ਨੇ ਨਾ, ਉਸੇ ਤਰ੍ਹਾਂ ਹੀ ਪ੍ਰਮਾਤਮਾ ਤੋਂ ਇਲਾਵਾ ਕੁਛ ਵੀ ਨਹੀਂ ਹੋ ਸਕਦਾ।
ਉਹੀ ਸ਼ੁਰੂ ਹੈ ਤੇ ਉਹੀ ਲਾਸਟ ਆ। ਪਰ ਇਹ ਹੈ ਕਿ ਮਾਇਆ ਕਰਕੇ ਬੰਦੇ ਨੂੰ ਪਤਾ ਨਹੀਂ ਲੱਗਦਾ ਜੀ। ਕਹਿੰਦੇ ਏਕ ਨੇਕ ਹੋ ਰਹੇ ਹੋ, ਦੇਖੋ ਇੱਕੋ ਹੀ ਆ। ਜਿੱਦਾਂ ਤੁਸੀਂ ਉਸ ਆਪਣੇ ਅੰਦਰ ਚ ਤੇ ਤੁਸੀਂ ਕਹੋਗੇ ਕਿ ਇਹਦੇ ਅੰਦਰ ਹੀ ਆ ਸਾਰਾ ਕੁਛ, ਔਰ ਉਹਦੇ ਅੰਦਰ ਹੀ ਉਹ ਸਾਰਾ ਜਿਹੜੀਆਂ ਚੀਜ਼ਾਂ ਨੇ ਪੈਦਾ ਹੋਈਆਂ ਨੇ ਤੇ ਹੈ ਇੱਕ ਅਨੇਕ ਦਿਖਾਈ ਦੇ ਰਿਹਾ ਅਣਗਿਣਤ ਰੂਪ ਦੇ ਵਿੱਚ, ਪਰ ਅਸਲ ਦੇ ਵਿੱਚ ਜਿਹੜੀ ਵੀ ਉਹਦੇ ਅੰਦਰ ਚੀਜ਼ ਪੈਦਾ ਹੋ ਰਹੀ ਆ ਉਹ ਉਹੀ ਆ। ਆਖਰ ਤੇ ਉਹ ਬਿੰਦੂ ਉਹੀ ਸ਼ਕਤੀ ਹੈ, ਬ੍ਰਹਮ ਹੀ ਹੈਗਾ। ਠੀਕ ਹੈ ਜੀ। ਤੇ ਹੁਣ ਉਹ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਹ ਤੇ ਬ੍ਰਹਮ ਹੀ ਹੈ ਤੇ ਫਿਰ ਉਹ ਭਰਮਾਉਣਾ ਕਾਫੀ ਔਖਾ ਹੈ। ਪਰ ਇਹ ਬੰਦਾ ਇਹਦਾ ਮੰਨਦਾ ਨਹੀਂ ਹੈ। ਬੰਦਾ ਕਿਤੇ ਨਹੀਂ ਕਹਿੰਦਾ ਕਿ ਪਰਮਾਤਮਾ ਹੀ ਹੈ ਸਾਰਾ ਕੁਛ। ਉਹ ਕਹਿੰਦਾ ਕਿ ਨਹੀਂ, ਇਹ ਹੋ ਰਿਹਾ, ਕਿਉਂਕਿ ਫਿਰ ਜੇ ਪਰਮਾਤਮਾ ਤੇ ਫਿਰ ਜੀਵਨ ਨੂੰ ਬਦਲਣਾ ਪਊਗਾ। ਠੱਗੀ ਨਹੀਂ ਮਾਰ ਸਕਦਾ ਕਿਸੇ ਦੇ ਨਾਲ, ਉਹਨੂੰ ਪਤਾ ਹੈ ਬ੍ਰਹਮ ਹੈਗਾ। ਹਾਂਜੀ, ਜਦੋਂ ਬ੍ਰਹਮ ਨੂੰ ਆਪਾਂ ਠੱਗੀ ਮਾਰਦੇ ਹਾਂ, ਬ੍ਰਹਮ ਦੇ ਨਾਲ ਆਪਾਂ ਚੀਟਿੰਗ ਕਰਦੇ ਹਾਂ ਤੇ ਪ੍ਰਕਿਰਤੀ ਫਿਰ ਨਾਰਾਜ਼ ਹੋ ਜਾਂਦੀ। ਫਿਰ ਪ੍ਰਕਿਰਤੀ ਨਾਰਾਜ਼ ਹੁੰਦੀ ਹੈ ਤੇ ਜਿੱਦਾਂ ਕੋਈ ਵੇਖਿਆ ਨਹੀਂ ਹੈ, ਜਦੋਂ ਮੱਛੀ ਉਹ ਰਸਨਾ ਆਪਣੀ ਜ਼ੁਬਾਨ ਦੇ ਰਸ ਨੂੰ ਪੂਰਾ ਕਰਨ ਦੇ ਲਈ ਗੰਡੋਏ ਨੂੰ ਖਾਂਦੀ ਹੈ, ਪਰ ਖਾ ਤੇ ਲੈਂਦੀ ਹੈ, ਸਵਾਦ ਬਹੁਤ ਲੱਗਦਾ, ਪਰ ਉਹਦੇ ਅੰਦਰ ਕੁੰਡੀ ਹੈ। ਉਹ ਕਰਮ ਦੇ ਵਿੱਚ ਕੁੰਡੀ ਫਸੀ ਹੋਈ ਹੈ। ਹੁਣ ਜਦੋਂ ਤੁਸੀਂ ਕਰਮ ਕਰੋਗੇ, ਹੁਣ ਇੰਦਰੀਆਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਸੁੱਖ ਹੈਗਾ, ਇੰਦਰੀਆਂ ਤੇ ਵੇਖ ਲਓ। ਫਿਰ ਉਹ ਜਦੋਂ ਸੁੱਖਾਂ ਨੂੰ ਬੰਦਾ ਭੋਗਦਾ ਹੈ ਤੇ ਤੁਸੀਂ ਵੇਖ ਲਓ ਇੰਦਰੀਆਂ ਤੇ, ਹੁਣ ਜਿਹੜੇ ਆਪਾਂ ਗੰਦਮੰਦ ਖਾਂਦੇ ਹਾਂ ਤੇ ਉਹਦਾ ਭਰਪਾਈ ਜਿਹੜੀ ਹੈਗੀ ਤੁਹਾਡੇ ਸਰੀਰ ਨੇ ਕਰਨੀ ਆ। ਇਹ ਜੀ ਵੇਖੋ, ਕੋਈ ਵੀ ਚੀਜ਼ ਨਹੀਂ ਸਾਹਿਬ ਜਿਹੜੀ ਆਪਾਂ ਕੇਵਲ ਖਾਣ ਦੇ ਲਈ ਨਹੀਂ, ਆਪਾਂ ਸਵਾਦ ਲਈ ਚੀਜ਼ ਖਾਂਦੇ ਆ, ਉਹਦਾ ਇੰਪੈਕਟ ਜਿਹੜਾ ਵਾ ਅੱਜ ਤੇ ਕੱਲ ਨੂੰ ਸਾਡੇ ਸਰੀਰ ਤੇ ਪੈਣਾ ਹੀ ਪੈਣਾ ਵਾ। ਬਿਲਕੁਲ ਪੈਣਾ ਹੈ ਜੀ, ਬਿਲਕੁਲ ਪੈਣਾ ਆ। ਆਹੀ ਤਾਂ ਭੁਗਤਾਨ ਹੈ ਗੁਰਕੀ ਸਾਹਿਬ। ਇਹ ਕਰਮ ਵੀ ਬਣ ਗਿਆ ਨਾ। ਹਾਂ, ਕਰਮ ਬਣ ਗਿਆ। ਇਸੇ ਤਰ੍ਹਾਂ ਹੀ ਕਰਮ ਹੈ। ਕਰਮ ਦਾ ਵੀ ਜੋ ਤੁਸੀਂ ਕਰ ਰਹੇ ਜੋ ਨਾ, ਕਰਮ ਜੋ ਤੁਸੀਂ ਕਰ ਰਹੇ ਜੋ, ਉਹਦਾ ਵੀ ਇੱਕ ਸਿਸਟਮ ਹੈਗਾ। ਉਹਨੇ ਐਂਪਲੀਫਾਈ ਹੋ ਕੇ ਤੁਹਾਡੇ ਕੋਲ ਵਾਪਸ ਆਉਣਾ ਹੈ। ਇਹ ਕੁਦਰਤ ਨੇ ਇੱਕ ਨਿਯਮ ਦਿੱਤਾ ਹੈ। ਇਸੇ ਤਰ੍ਹਾਂ ਪ੍ਰਕਿਰਤੀ ਚੱਲਣੀ ਹੈ। ਫਿਰ ਕਹਿੰਦੇ ਰਾਮ ਮੋਹ ਕੋ ਤਾਰ ਕਹਾਂ ਲੈ ਜਾਈ ਹੈ। ਕਹਿੰਦੇ ਹੁਣ ਜਿਹੜਾ ਹੈਗਾ ਇਹ ਤੇਰੀ ਖੇਡ ਪਾਈ ਹੋਈ ਆ। ਤੂੰ ਮੈਂ ਤੇਰੇ ਵਿੱਚ ਵੜ ਗਿਆ, ਮਸਾਂ ਤਾਂ ਤੇਰੇ ਵਿੱਚ ਆਇਆ। ਬਾਹਰੋਂ ਮੈਂ ਤਾਂ ਬਾਹਰ ਸੀਗਾ, ਮੇਰਾ ਮਨ ਤਾਂ ਬਾਹਰ ਭਟਕ ਰਿਹਾ ਸੀਗਾ ਇਹ ਅਨੇਕਤਾ ਦੇ ਵਿੱਚ। ਤੇ ਹੁਣ ਮੈਂ ਇੱਕ ਤੇਰੀ ਕਿਰਪਾ ਦੇ ਨਾਲ, ਗੁਰੂ ਦੀ ਪ੍ਰਸਾਦ ਦੇ ਨਾਲ ਮੈਂ ਆਪਣੇ ਤੇਰੇ ਚਰਨਾਂ ਦੇ ਵਿੱਚ ਆਇਆ। ਹੁਣ ਮੈਨੂੰ ਇੱਥੋਂ ਹੋਰ ਮੈਨੂੰ ਕਿਹੜੇ ਪਾਸੇ ਨੂੰ ਲੈ ਕੇ ਜਾਏਗਾ ਤਾਰ ਕੇ ਦੱਸ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਫਿਰ ਉਹ ਜਦੋਂ ਤੁਸੀਂ ਉੱਥੇ ਆਤਮ ਤੱਤ 'ਚ ਲੀਨ ਹੋ ਗਏ ਤੇ ਫਿਰ ਉਹ ਤੋਂ ਅੱਗੇ ਕਿੱਥੇ ਜਾਣਾ ਹੈ? ਤੁਹਾਨੂੰ ਦੱਸਿਆ ਸੀ, ਕੱਲ ਵੀ ਦੱਸਿਆ, ਪਹਿਲਾਂ ਵੀ ਕੀ ਦੱਸਿਆ ਸੀ, ਉਹ ਆਖਰੀ ਹੈ, ਉਸ ਤੋਂ ਅੱਗੇ ਕੋਈ ਨਹੀਂ ਜਾ ਸਕਦਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ। ਔਰ ਜਿੱਦਣ ਤੁਸੀਂ ਉੱਥੇ ਚੱਲ ਗਏ ਨਾ, ਇੱਕ ਚੀਜ਼ ਮੇਰੀ ਗੱਲ ਯਾਦ ਰੱਖਿਓ, ਤੁਹਾਡੀ ਬਾਹਰ ਦੀ ਗਤੀ ਰੁਕ ਜਾਣੀ ਹੈ। ਚਾਹੇ ਧਾਰਮਿਕ ਗੁਰਦੁਆਰੇ ਤੇ ਭਾਵੇਂ ਮੰਦਿਰ ਹੈ ਤੇ ਭਾਵੇਂ ਕੋਈ ਬੰਦਾ, ਇਹ ਸੱਚ ਹੈਗਾ ਜੀ। ਜੇ ਤੁਹਾਡੇ ਅੰਦਰ ਇਹ ਗਤੀ ਹੈ ਨਾ ਬਾਹਰ ਉੱਡ ਕੇ ਜਾਣ ਦੀ, ਇਹਦਾ ਮਤਲਬ ਹਜੇ ਤੁਸੀਂ ਉਸ ਬਿੰਦੂ ਤੇ ਪਹੁੰਚੇ ਨਹੀਂ। ਨਿਜਰ ਸਾਹਿਬ ਬਿਲਕੁਲ ਸਹੀ ਹੈ ਜੀ। ਇਹ ਆਤਮਾ ਦਾ ਗਿਆਨ ਹੈ, ਮੈਂ ਤੁਹਾਨੂੰ ਦੱਸਣ ਵਾ। ਫਿਰ ਉਹ ਕਹਿੰਦਾ ਨੀ, ਬੁੱਲਾ ਕਹਿੰਦਾ ਨਾ, ਮਸਜਿਦ ਦੇ ਕੋਲੋਂ ਮੇਰਾ ਮਨ ਡਰਿਆ। ਮੈਂ ਇਹ ਨੀ ਕਿ ਜਾਣਾ ਨਹੀਂ ਆ, ਤੁਸੀਂ ਚਲੇ ਜਾਇਓ, ਉਹ ਨੀ, ਮੈਂ ਜਾਣ ਤੋਂ ਨਹੀਂ ਰੋਕਦਾ। ਜਿੱਦਣ ਤੁਸੀਂ ਆਤਮਾ ਨੂੰ ਜਾਣ ਲਿਆ ਨਾ, ਇੱਕ ਚੀਜ਼ ਆਪ ਸਿੰਪਲ 2 ਟੁਕ ਗੱਲਾਂ, ਸਿੱਧੀਆਂ ਕਲੀਅਰ ਗੱਲਾਂ। ਜੇਕਰ ਤੁਸੀਂ ਭੱਜ ਕੇ ਬਾਹਰ ਜਾ ਰਹੇ ਜੋ, ਇਹਦਾ ਮਤਲਬ ਹਜੇ ਆਤਮਾ ਤੱਤ ਦੀ ਛੋਹ ਪ੍ਰਾਪਤ ਨਹੀਂ ਹੋਈ। ਜੇਕਰ ਹਜੇ ਸ਼ੌਂਕ ਹੈਗਾ ਗਿਆਨ ਹੋਰ ਇਕੱਠਾ ਕਰੀ ਜਾਵਾਂ, ਇਹਦਾ ਮਤਲਬ ਹਜੇ ਆਤਮਾ ਤੱਤ ਦੀ ਗਿਆਨ ਪ੍ਰਾਪਤੀ ਨਹੀਂ ਹੋਈ। ਤੇ ਜਿੱਦਣ ਆਤਮਾ ਤੱਤ ਦਾ ਅਨੁਭਵ ਹੋ ਗਿਆ ਨਾ, ਤੁਹਾਨੂੰ ਪਤਾ ਲੱਗ ਜਾਣਾ ਗ੍ਰੰਥਾਂ 'ਚ ਕੀ ਲਿਖਿਆ, ਕਿਉਂਕਿ ਗ੍ਰੰਥਾਂ 'ਚ ਵੀ ਨਹੀਂ ਲਿਖਿਆ ਜਾ ਸਕਦਾ ਬ੍ਰਹਮ ਦੇ ਬਾਰੇ। ਮੁਸ਼ਕਿਲ ਹੈ, ਕਿਉਂਕਿ ਬ੍ਰਹਮ ਬਾਰੇ ਲਿਖਿਆ ਹੀ ਨਹੀਂ ਜਾ ਸਕਦਾ। ਭਾਸ਼ਾ 'ਚ ਦਮ ਨਹੀਂ ਆ। ਭਾਸ਼ਾ ਤੇ ਇੱਕ ਦੁੱਧ ਦਾ ਸਵਾਦ ਨਹੀਂ ਦੱਸ ਸਕਦੀ, ਇੱਕ ਸੇਬ ਦਾ ਸਵਾਦ ਨਹੀਂ ਦੱਸ ਸਕਦੀ, ਇੱਕ ਅੰਬ ਦਾ ਸਵਾਦ ਨਹੀਂ ਦੱਸ ਸਕਦੀ। ਪਰਮਾਤਮਾ ਦੇ ਬਾਰੇ ਭਾਸ਼ਾ ਦੱਸਿਆ ਜਾ ਸਕਦਾ ਹੈ, ਕੇਵਲ ਬਸ ਉਸ ਸੰਸਾਰ ਦੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ, ਏਦਾਂ ਵਾ। ਉਹਨੂੰ ਆਪਾਂ ਏਦਾਂ ਹੀ ਕਰ ਸਕਦੇ, ਪਰਮਾਤਮਾ ਦੇ ਬਾਰੇ ਨਹੀਂ। ਪਰ ਜਿੱਦਣ ਤੁਸੀਂ ਅਸਲੀ ਪਰਮਾਤਮਾ ਨੂੰ ਦੇਖ ਲੈਂਦੇ ਜੋ,
ਤੁਹਾਨੂੰ ਪਤਾ ਲੱਗ ਜਾਂਦਾ ਕਿ ਗ੍ਰੰਥਾਂ 'ਚ ਕੀ ਲਿਖਿਆ। ਬਿਨਾਂ ਪੜ੍ਹੇ ਸਾਰੇ ਗ੍ਰੰਥਾਂ ਦਾ ਪਤਾ ਲੱਗ ਜਾਣਾ ਤਾਂ, ਔਰ ਜੀਵਨ ਦੀ ਸੋਝੀ ਆ ਜਾਣੀ ਹੈ, ਤੁਹਾਨੂੰ ਗਿਆਨ ਹੋ ਜਾਣਾ। ਜੀਵਨ ਦਾ ਗਿਆਨ ਮਤਲਬ ਉਹ ਉਹਨਾਂ ਚਿਰ ਤੱਕ ਨਹੀਂ ਹੋਣਾ ਜਿੰਨਾ ਚਿਰ ਤੱਕ ਤੁਸੀਂ ਉਸ ਆਤਮਾ ਤੱਤ ਨੂੰ ਖੁਦ ਅਨੁਭਵ ਨਹੀਂ ਕਰਦੇ। ਬਿਨਾਂ ਆਤਮਾ ਤੱਤ ਨੂੰ ਜਾਣੇ ਜੇਕਰ ਆਪਾਂ ਕੋਈ ਗੱਲ ਕਰਦੇ ਆ ਨਾ, ਫਿਰ ਉਹ ਕਹਿੰਦੇ ਭਾਂਡੇ ਕੱਚੇ ਆ, ਉਹ ਗੱਲ ਸਹੀ ਨਹੀਂ ਆ, ਕਿਉਂਕਿ ਜਾਣੇ ਹੀ ਨਹੀਂ। ਹੁਣ ਜਿਹੜੀ ਚੀਜ਼ ਮੈਂ ਜਾਣਦਾ ਹੀ ਨਹੀਂ ਉਹਦੇ ਬਾਰੇ ਜੇ ਮੈਂ ਬੋਲਣ ਦੀ ਕੋਸ਼ਿਸ਼ ਵੀ ਕਰਾਂ, ਚਾਹੇ ਮੈਂ ਉਦਾਹਰਨ ਵੀ ਦੇਈ ਜਾਵਾਂ, ਨਿੱਜਾ ਸਾਹਿਬ ਉਹ ਸਹੀ ਨਹੀਂ ਹੈ ਨਾ। ਨਾ ਉਹ ਸਹੀ ਨਹੀਂ ਹੈਗਾ ਜੀ ਗੋਰਖੀ ਸਾਹਿਬ, ਉਹ ਤਾਂ ਬਿਲਕੁਲ ਜਿਹੜਾ ਹੈਗਾ, ਕਿਉਂਕਿ ਆਪਾਂ ਨੇ ਉਹ ਚੀਜ਼ ਅਨੁਭਵ ਹੀ ਨਹੀਂ ਕੀਤਾ ਨਾ। ਬੇਸ਼ੱਕ ਮੈਂ ਅਨੁਭਵ ਕੀਤਾ ਹੈ, ਪਰ ਮੈਂ ਭਾਵੇਂ ਤੁੱਕੇ ਲਾ ਕੇ ਇੱਧਰ ਉੱਧਰ ਖਿੱਚ ਖੁੱਚ ਕੇ ਗੱਲਾਂ ਕਰਦਾ ਹਾਂ, ਪਰ ਫਿਰ ਵੀ ਮੇਰੀ ਗੱਲ 'ਚ ਦਮ ਆਊਗਾ। ਕਿਉਂ ਆਊਗਾ? ਕਿਉਂਕਿ ਮੈਂ ਅਨੁਭਵ ਕੀਤਾ ਹੈ। ਭਾਵੇਂ ਮੈਂ ਉਹਨੂੰ ਕਿਸੇ ਦੀ ਉਦਾਹਰਨ ਦੇ ਰਿਹਾ ਜਾਂ ਕਿਸੇ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਇਹਦਾ ਮਤਲਬ ਹੈ ਕਿ ਉਹ ਇੱਕ ਅਲੱਗ ਚੀਜ਼ ਹੈ। ਪਰ ਜਦੋਂ ਮੈਂ ਕੀਤਾ ਹੀ ਨਹੀਂ, ਫਿਰ ਉਹਦੇ ਬਾਰੇ ਕਿੱਦਾਂ ਦੱਸਾਂ? ਫਿਰ ਮੈਂ ਦੱਸੂਗਾ ਤੇ ਕੀ ਉਹਦਾ ਕਿਹਦਾ ਭਲਾ ਹੋਣਾ? ਨਹੀਂ, ਉਹਦਾ ਨਹੀਂ ਭਲਾ ਹੋਵੇ। ਹਾਂਜੀ, ਅਗਲੇ ਬੰਨੋਂ ਬੋਲੋ ਜੀ ਸਾਹਿਬ। ਰਾਮ ਮੋਕੋ ਤਾਰ ਕਹਾਂ ਲੈ ਜਾਈ ਹੈ ਸੋਧੋਂ, ਕਹਿੰਦੇ ਮੈਂ ਵਿਚਾਰ ਕਰ ਰਿਹਾ। ਸੋਧੋਂ ਦਾ ਮਤਲਬ ਹੈ ਸੋਧ ਕਰਨਾ, ਵੀ ਵਿਚਾਰ ਕਰਨਾ। ਵੀ ਸੋਧੋਂ ਮੁਕਤ ਕਹਾਂ ਦਿਓ ਕੈਸੀ, ਹੇ ਮਾਲਕਾ। ਦਿਓ ਦਾ ਮਤਲਬ ਹੈ ਪਰਮਾਤਮਾ। ਮੈਂ ਵਿਚਾਰ ਕਰ ਰਿਹਾ ਮਾਲਕਾ, ਮੈਂ ਤੇਰੇ ਚਰਨਾਂ ਦੇ ਵਿੱਚ ਤੇਰੇ ਅੰਦਰ ਤੇਰੇ ਕੋਲ ਹੈਗਾ, ਹੋਰ ਮੁਕਤੀ ਕਿਹੜੀ ਹੈਗੀ ਆ? ਸੋਧੋ ਮੁਕਤ ਕਹਾਂ ਦਿਓ ਕੈਸੀ, ਕਰ ਪ੍ਰਸਾਦ ਮੋਹਿ ਪਈ ਹੈ। ਤੇਰੀ ਕਿਰਪਾ ਦੇ ਨਾਲ, ਮੇਰੇ ਗੁਰੂ ਦੇ ਪ੍ਰਸਾਦ ਦੇ ਨਾਲ, ਬ੍ਰਹਮ ਗਿਆਨ ਦੇ ਨਾਲ, ਬ੍ਰਹਮ ਗਿਆਨੀਆਂ ਦੇ ਨਾਲ, ਮੇਰੇ ਉਸਤਾਦ ਦੇ ਦੁਆਰਾ ਇਹ ਮੁਕਤੀ ਮੈਨੂੰ ਮਿਲੀ ਹੈ। ਤੇ ਹੋਰ ਮੁਕਤੀ ਕਿਹੜੀ ਹੁੰਦੀ ਹੈ ਮਾਲਕਾ? ਹੋਰ ਕਿਹੜੀ ਮੁਕਤੀ ਹੁੰਦੀ ਹੈ? ਰਾਹੋ ਇਹ ਕੋਈ ਮਾਲਕ ਨੂੰ ਨਹੀਂ ਕਹਿ ਰਹੇ, ਆਪਾਂ ਨੂੰ ਸਮਝਾ ਰਹੇ ਆ ਭਾਈ। ਸਾਡੇ ਵਾਸਤੇ ਕਬੀਰ ਜੀ ਮੀਲ ਪੱਥਰ ਦੇ ਰਹੇ ਆ, ਅੰਦਰ ਵੜੋ ਪਿਆਰਿਓ, ਵਿਚਾਰ ਬੰਦ ਕਰੋ, ਮੁਕਤ ਹੋ ਜਾਓ। ਹੋਰ ਕਿਹੜੀ ਮੁਕਤੀ ਹੈ? ਬੈਠੇ ਅੰਦਰ ਘਰ ਦੇ ਵਿੱਚ ਜਿੱਥੇ ਹੈਗੇ ਆ ਉੱਥੇ ਹੀ ਮੁਕਤੀ ਮਿਲ ਜਾਣੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਬਿਲਕੁਲ ਹੀ ਕਲੀਅਰ ਹੈ। ਦੇਖੋ ਇਹ ਚੀਜ਼ ਬੜੀ ਸਿੰਪਲ ਆ, ਇਹ ਗਿਆਨ ਬਹੁਤ ਜ਼ਿਆਦਾ ਸਿੰਪਲ ਹੈ। ਬਾਕੀ ਔਖਾ ਕਰਨਾ ਤੇ ਜੋ ਮਰਜ਼ੀ ਕਰ ਲਓ, ਸਿੰਪਲ ਇੰਨਾ ਸਿੰਪਲ ਹੈ ਨਾ। ਤੁਸੀਂ ਭਗਤੀ ਕੀ, ਤੁਸੀਂ ਇੱਛਾ ਜ਼ਾਹਰ ਕਰਦੀ, ਉਹ ਪ੍ਰਮਾਤਮਾ ਨੇ ਆਪਣੇ ਆਪ ਹੀ ਸਾਰੇ ਜਿਹੜੇ ਪੜਦੇ ਆ ਨਾ ਭਰਮ ਕੀ ਕਾਈ ਖਤਮ ਕਰ ਦੇਣੀ ਆਪਣੇ ਆਪ ਹੀ। ਕਿਉਂਕਿ ਉਹਦੇ ਵਿੱਚ ਸਾਡਾ ਕੋਈ ਜ਼ਿਆਦਾ ਕੰਮ ਨਹੀਂ ਹੈਗਾ। ਸਾਡਾ ਤੇ ਕੰਮ ਹੈ ਕੇਵਲ ਇੰਨਾ ਹੀ ਆ, ਹੱਥ ਖੜਾ ਕਰਨਾ ਤੇ ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਬਹਿਣਾ। ਕੋਈ ਥੋੜੀ ਜਿੱਦਾਂ ਦੀ ਸੰਗਤ ਲੱਭ ਲੈਣੀ, ਜਿਹੜੇ ਥੋੜੇ ਜਿਹੇ ਰਸਤੇ ਤੇ ਚੱਲੇ ਨੇ, ਬਸ ਇੰਨਾ ਹੀ ਬੜਾ, ਜ਼ਿਆਦਾ ਨਹੀਂ, ਥੋੜੇ ਜਿਹੇ ਚੱਲੇ ਨੇ ਮਾਸਾ, ਬਸ ਇਹਦੇ ਵਿੱਚ ਜਾ ਕੇ ਤੁਸੀਂ ਉਹ ਚੀਜ਼ ਨੂੰ ਕਰ ਲੈਣਾ। ਔਰ ਉਸ ਤੋਂ ਬਾਅਦ ਉਹ ਤੇ ਬਾਅਦ ਗੱਲਾਂ ਕਹਿਣ ਕੌਣ ਦੀਆਂ ਨਹੀਂ ਹੈਗੀਆਂ, ਤੁਸੀਂ ਪ੍ਰੈਕਟੀਕਲੀ ਵੇਖ ਲੈਣਾ। ਤੁਹਾਡੇ ਜੀਵਨ 'ਚ ਬੁਰਾਈ ਖਤਮ ਹੋਣ ਡਿਆ ਪੈਣੀ। ਹੁਣ ਕਿੱਦਾਂ ਖਤਮ ਹੁੰਦੀ, ਕਿਉਂ ਖਤਮ ਹੋ ਰਹੀ ਆ, ਇਹ ਬਾਣੀ 'ਚ ਵੀ ਲਿਖਿਆ ਕਿ ਘੜੀਏ ਸੁਰਤ ਮਤ ਮਨ ਬੁੱਧ। ਫਿਰ ਉਹ ਕਹਿੰਦੇ ਕਿ ਉਹ ਕਿੱਦਾਂ ਘੜੀ ਜਾਂਦੀ ਆ, ਉਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ। ਪਰ ਇਹਨਾਂ ਪਤਾ ਵਾ, ਤੁਸੀਂ ਨਿਰਵਿਚਾਰ ਹੋ ਕੇ ਆਪਣੇ ਆਪ 'ਚ ਬਹਿ ਗਏ ਤੇ ਕੰਮ ਸ਼ੁਰੂ ਹੋ ਗਿਆ। ਔਰ ਫਿਰ ਉਸ ਤੋਂ ਬਾਅਦ ਫਿਰ ਤੁਹਾਨੂੰ ਕਿਸੇ ਦੀ ਸਟੇਟਮੈਂਟ ਦੀ ਲੋੜ ਨਹੀਂ ਆ ਕਿ ਤੁਸੀਂ ਮੁਕਤ ਜੋ ਜਾਂ ਨਹੀਂ ਮੁਕਤ ਹੋਏ। ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਮੈਂ ਮੁਕਤ ਹੋ ਗਿਆ। ਕੋਈ ਚੀਜ਼ ਗੋਰਖੀ ਖਾਲੀ ਹੈ, ਕੋਈ ਚੀਜ਼ ਜ਼ਿਆਦਾ ਆਪਾਂ ਨੇ ਕੋਈ ਚੀਜ਼ ਸਵਾਦ ਚੱਖ ਲਿਆ ਗੋਰਖੀ ਸਾਹਿਬ, ਫਿਰ ਕੋਈ ਉਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਕਿਸੇ ਦੀ ਜਿਹੜੀ ਹੈਗੀ ਆ ਕਿਸੇ ਦੇ ਸਰਟੀਫਿਕੇਟ ਦੀ ਲੋੜ ਹੈਗੀ? ਆਹੋ ਤੇ ਤੁਸੀਂ ਉੱਥੇ ਸਰਟੀਫਿਕੇਟ ਕਾਹਦਾ, ਉੱਥੇ ਤੁਸੀਂ ਕਿਸੇ ਦਾ ਪੰਜਾ ਨਹੀਂ ਚੁੱਕ ਕੇ ਲਿਆਉਣਾ। ਹਾਂ ਤੁਹਾਡੇ ਕੋਲ ਹੈਗੇ ਆ ਤੇ ਉਹ ਚੱਲ ਗਏ, ਤੁਹਾਨੂੰ ਪਤਾ ਨਹੀਂ ਲੱਗਣਾ। ਬਿਲਕੁਲ ਉਹ ਕਹਿਣ ਨਹੀਂ ਦੇ ਤੁਸੀਂ। ਮੈਂ ਇਹ ਚੀਜ਼ ਨੂੰ ਸਾਧ ਸੰਗਤ ਜੀ ਇੱਕ ਚੀਜ਼ ਦੱਸਣਾ ਚਾਹੁੰਦਾ, ਮੈਂ ਬਹੁਤ ਗਹਿਰੀ ਤੌਰ ਤੇ ਵੇਖ ਲਿਆ। ਪੈਸਾ ਪੂਸਾ ਆ ਗਿਆ ਚੱਲ ਗਿਆ, ਸੰਸਾਰੀ ਸੁੱਖ ਮਿਲ ਗਏ ਚੱਲ ਗਏ, ਉਹਦੇ ਨਾਲ ਤੁਹਾਨੂੰ ਕੁਛ ਵੀ ਫਰਕ ਨਹੀਂ ਪੈਣਾ। ਕਿਉਂਕਿ ਉਹ ਆਤਮਾ ਵਾ ਅਗਲੇ ਬੰਨੇ ਬੈਠੀ, ਉਹਦੇ ਮਗਰ ਤੁਹਾਡੇ ਆਤਮਾ ਤੇ ਕੁਛ ਵੀ ਨਹੀਂ ਚੜਦਾ, ਉਹਨੂੰ ਕੋਈ ਚੀਜ਼ ਨਹੀਂ ਕਰ ਸਕਦੀ। ਬਾਣੀ ਚ ਕਹਿੰਦੇ ਅੰਦਰ ਪਰਬਤ ਹੈਗਾ ਮੇਰੇ ਅੰਦਰ, ਉਹ ਪਰਬਤ ਦੇ ਨਾਲ ਸੰਬੰਧ ਜੁੜ ਗਿਆ। ਹੁਣ ਹਲਚਲ ਨਹੀਂ ਪੈਦਾ ਹੁੰਦੀ, ਸੰਸਾਰ ਦੀ ਕੋਈ ਤਰੰਗ ਮੈਨੂੰ ਹਿਲਾ ਨਹੀਂ ਪਾਉਂਦੀ। ਇਹ ਬਾਈ ਪ੍ਰੋਡਕਟ ਆ, ਬਿਲਕੁਲ ਉੱਥੇ ਹਲਚਲ ਹੈ ਹੀ ਨਹੀਂ। ਉਹ ਐਵੇਂ ਥੋੜੀ ਚਰਖੀਆਂ ਤੇ ਚੜ ਗਏ ਸੀ, ਆਰਿਆਂ ਨਾਲ ਚਰਾਈ ਗਏ ਸੀ। ਉਹ ਵੇਖੋ ਉਹ ਕਿਉਂਕਿ ਉਹ ਹੁਣ ਕਨ੍ਹਈਆ ਜੀ ਵੇਖੋ ਕਿੱਥੇ ਪਾਣੀ ਪਿਆਰੇ ਨੇ, ਉਹਨਾਂ ਨੂੰ ਪਿਆਰੇ ਨੇ ਜਿਹੜੇ ਲੜ ਰਹੇ ਨੇ। ਆਪ ਸਮਝ ਲਓ ਕਿ ਉਹ ਕਨ੍ਹਈਆ ਜੀ ਕਿੱਥੇ ਬੈਠੇ ਨੇ, ਉੱਥੇ ਵਿਸ਼ਾਲ ਪਰਬਤ ਹੈ ਅੰਦਰ।
ਉਹ ਜਦੋਂ ਵੀ ਤੁਸੀਂ ਉੱਥੇ ਪਰਬਤ 'ਚ ਗਏ ਉਸ ਦੇ ਨਾਲ ਸੰਬੰਧ ਬਣ ਗਿਆ, ਫਿਰ ਬ੍ਰਹਮ ਦੇ ਗੁਣ ਤੁਹਾਡੇ 'ਚ ਆ ਜਾਣੇ। ਫਿਰ ਬ੍ਰਹਮ ਬਹੁਤ ਵੱਡਾ ਹੈ, ਉਹ ਕੋਈ ਛੋਟੀਆਂ ਮੋਟੀਆਂ ਐਵੇਂ ਕੋਈ ਜੈਲਸੀਆਂ, ਈਰਖਾ, ਇਹਨਾਂ ਚੀਜ਼ਾਂ 'ਚ ਨਹੀਂ ਆਉਂਦਾ। ਫਿਰ ਦੇਖ ਕੇ ਅੰਡੇ ਠਕਾਣ ਡਿਆ ਪੈਂਦਾ ਬੰਦਾ, ਉਹਨੂੰ ਪਤਾ ਲੱਗ ਜਾਂਦਾ ਬੰਦੇ ਨੂੰ। ਔਰ ਮਾਫ ਕਰ ਹਾਂ ਗੋਰਖੀ ਸਾਹਿਬ, ਮਾਫ ਕਰਨਾ ਜੀ, ਮੈਂ ਨਾ ਇੱਕ ਜਿਹੜੀ ਹੈ ਨਾ, ਦੇਖੋ ਤੁਸੀਂ ਹੁਣ ਕਨਈਆ ਜੀ ਦੀ ਗੱਲ ਕੀਤੀ ਹੈ, ਔਰ ਆਪਣੇ ਜਿਹੜੇ ਹੈਗੇ ਦੇਖੋ ਇਹ ਨਾ, ਉਹ ਗੁਰੂਗ੍ਰਾਮ ਜਿਹੜਾ ਹੈਗਾ ਦਿੱਲੀ ਦੇ ਕੋਲ ਜਿਹੜਾ ਹੈਗਾ, ਉੱਥੇ ਮੁਸਲਮਾਨਾਂ ਨੂੰ ਨਾ ਇਹ ਜਿਹੜੇ ਹੈਗੇ ਇਹ ਜਿਹੜੇ ਕਹਿ ਲਓ ਜੀ, ਇਹ ਜਿਹੜੇ ਬਜਰੰਗ ਦਲ ਕਹਿ ਲਓ ਜਾਂ ਹੋਰ ਜਿਹੜੇ ਵੀ ਹੈਗੇ ਆ, ਇਹ ਜ਼ਿਆਦਾ ਜਿਹੜੇ ਹੈਗੇ ਕੱਟੜ ਹੈਗੇ, ਇਹ ਉਹਨਾਂ ਨੂੰ ਨਮਾਜ਼ ਹੀ ਨਹੀਂ ਪੜ੍ਹਨ ਦਿੰਦੇ ਵਿਚਾਰੇ। ਅਤੇ ਉਹ ਕਿਤੇ ਗੁਰਦੁਆਰੇ ਵਾਲਿਆਂ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਇੱਥੇ ਸਾਡੇ ਗੁਰਦੁਆਰੇ 'ਚ ਇੱਥੇ ਆ ਕੇ ਤੁਸੀਂ ਇੱਥੇ ਸਾਡੇ ਕਿਸੇ ਉਹਦੇ ਹਾਲ ਦੇ ਵਿੱਚ ਜਾਂ ਕਿਸੇ ਜਗ੍ਹਾ 'ਤੇ ਨਮਾਜ਼ ਪੜ੍ਹ ਲਓ। ਉੱਥੇ ਵੀ ਜਿਹੜੇ ਹੈਗੇ ਉਹਨਾਂ ਨੂੰ ਜਿਹੜੇ ਹੈਗੇ ਆ, ਕਹਿੰਦੇ ਉਹ ਵੀ ਸਟੇਟਮੈਂਟ ਆ ਰਹੀ, ਕਹਿੰਦੇ ਜੀ ਸਿੱਖ ਜਿਹੜੇ ਹੈਗੇ, ਕਈ ਸਿੱਖ ਇਤਰਾਜ਼ ਕਰਦੇ ਆ ਇਹਦੇ ਵਾਸਤੇ। ਲਓ ਦੇਖ ਲਓ, ਇਹ ਕਨਈਆ ਜੀ ਦੀ ਵਾਲੀ ਉਸ ਤੋਂ ਬਿਲਕੁਲ ਉਲਟ ਜਾ ਰਹੇ ਆ ਲੋਕ। ਹਾਂਜੀ ਵੀਰ ਜੀ, ਹਾਂਜੀ ਉਲਟ ਜਾ ਰਹੇ ਨੇ। ਉਹ ਇੱਥੇ ਦਰਬਾਰ ਸਾਹਿਬ ਵੀ ਦੇਖੋ ਕੁਝ ਕੀਤਾ ਇਹਨਾਂ ਨੇ। ਸਿੱਖ ਧਰਮ ਤੇ ਸਿੱਖਾਂ ਦਾ ਤਾਂ ਹੈ ਹੀ ਨਹੀਂ ਸੀ, ਇਹ ਤੇ ਸਾਂਝਾ ਸੀ ਸਾਰਿਆਂ ਦਾ। ਤੇ ਇੰਨੀ ਬਾਣੀ ਉਹਨਾਂ ਸਾਰਿਆਂ ਦਾ, ਉਹਨਾਂ ਤਾਂ ਖੋਹ ਹੀ ਲਿਆ, ਆਪਾਂ ਕਬਜ਼ਾ ਕਰ ਲਿਆ। ਬਿਲਕੁਲ ਬਿਲਕੁਲ। ਦੇ ਮੁਸਲਮਾਨਾਂ ਦੀ ਬਾਣੀ ਫਿਰ ਮੁਸਲਮਾਨਾਂ ਨੂੰ ਦੇ ਦਿਓ, ਫਿਰ ਉਹਨਾਂ ਨੂੰ ਵਾਪਸ ਕੱਢ ਦੋ ਵੀ। ਹਾਂ ਦੇ ਦਿਓ ਉਹਨਾਂ ਨੂੰ ਵਾਪਸ। ਕਾਹਦੇ ਲਈ ਫਿਰ ਰੱਖੀ ਹੋਈ ਹੈ ਭਾਈ? ਉਹ ਜੇ ਉਹ ਚੌ ਸਾਹਿਬ ਨਹੀਂ ਕਰ ਸਕਦੇ, ਫਿਰ ਇਹਦੀ ਬਾਣੀ ਰੱਖਣ ਦਾ ਕੀ ਮਤਲਬ? ਹਾਂ ਫਿਰ ਤੋਂ ਬਿਲਡਿੰਗ ਹੀ ਬਿਠਾਓ ਜਿਨ੍ਹਾਂ ਨੇ ਨਹੀਂ ਰੱਖੀ ਆ। ਸਾਈਂ ਮੀਆਂ ਮੀਰ ਨੇ, ਉਹਨਾਂ ਦੇ ਨਹੀਂ ਕਿਹਾ ਕਿ ਤੁਸੀਂ ਪੱਗ ਬੰਨ ਕੇ ਸਾਡੇ ਕੋਲ ਆਓ। ਪਰ ਅੱਜ ਆਪਾਂ ਇਹ ਵਿਚਾਰ ਕਰਦੇ, ਉੱਥੇ ਕਹਿੰਦੇ ਆਪਾਂ 100 ਇੰਨੀਆਂ ਗੱਲਾਂ ਬਣਾਤੀਆਂ। ਉਹਦਾ ਕਾਰਨ ਪਤਾ ਕੀ ਹੈ? ਉਹ ਆਪਾਂ ਨਾ, ਅਸੀਂ ਬਹੁਤ ਘੱਟ ਗਏ, ਆਪਣੇ ਆਪ ਨੂੰ ਛੋਟਾ ਕਰ ਲਿਆ, ਛੋਟਾ, ਬਹੁਤ ਛੋਟਾ। ਅਸਲ ਚ ਇੱਥੋਂ ਸੇਧ ਮਿਲਣੀ ਸੀ। ਸੰਗਤ ਜਿਹੜੀ ਬਣਾਈ, ਫਿਰ ਲੰਗਰ ਦੀ ਇੱਕ ਪ੍ਰਥਾ ਚਲਾਈ, ਫਿਰ ਭੁੱਖੇ ਸਾਧੂਆਂ ਨੂੰ ਰੋਟੀ ਖਵਾਈ, ਤੇ ਉਹ ਵੇਖੋ ਚੀਜ਼ਾਂ। ਫਿਰ ਆਖਰ ਤੇ ਵੇਖੋ ਉਹ ਚੀਜ਼ ਨੂੰ ਕਿਆ ਨਹੀਂ ਕਰਕੇ ਵੀ ਦਿਖਾਇਆ। ਤੇ ਅੱਜ ਆਪਾਂ ਕਿੱਥੇ ਸਟੈਂਡ ਕਰਦੇ ਹਾਂ? ਕਿਉਂਕਿ ਇਹ ਲੋਕ ਜਿਹੜੇ ਨੇ ਕਮਰਸ਼ੀਅਲ ਲੋਕ ਉੱਥੇ ਵੜ ਗਏ ਨੇ, ਉਹਨਾਂ ਨੇ ਉਹ ਕਬਜ਼ਾ ਕਰ ਲਿਆ। ਹੁਣ ਉਹ ਚੀਜ਼ ਜਿਹੜੀ ਸੀ, ਉਹ ਜਿੱਦਾਂ ਗੰਗਾ ਕਹਿੰਦੇ ਗੰਗੋਤਰੀ ਤੇ ਜੋ ਚੱਲਦੀ ਨਾ, ਬੜੀ ਪਵਿੱਤਰ ਹੁੰਦੀ ਹੈ ਉਹ ਨਦੀ। ਨਜਰ ਸਾਹਿਬ ਬਿਲਕੁਲ। ਉਹ ਜਿਵੇਂ ਜਿਵੇਂ ਦੂਰ ਆਉਂਦੀ ਜਾਂਦੀ ਹੈ, ਉਹਦੇ ਵਿੱਚ ਕੁਝ ਹੋਰ ਚੀਜ਼ਾਂ ਰਲ ਜਾਂਦੀਆਂ। ਇਹ ਸੱਚ ਹੈਗਾ। ਇੱਥੇ ਵੇਖੋ, ਇਹ ਏਡੀ ਵਧੀਆ ਕੌਮ ਸੀ, ਤੇ ਉਹ ਇੰਨਾ ਵਧੀਆ ਸਿਸਟਮ ਫਿਰ ਸਾਨੂੰ ਸਮਝਾਇਆ। ਫਿਰ ਉਹ ਵੇਖੋ ਕਿੱਦਾਂ ਇਹ ਲੋਕ ਜਾ ਕੇ, ਕਿੱਦਾਂ ਇਹ ਮਾੜੇ ਲੋਕ ਕਬਜ਼ਾ ਕਰ ਲੈਂਦੇ ਆ। ਫਿਰ ਉਹ ਜਿਹੜਾ ਹੱਕ ਆ, ਉੱਥੋਂ ਫਾਇਦਾ ਥੋੜੀ ਹੈਗਾ ਤੁਹਾਨੂੰ ਕੁਝ। ਮੈਨੂੰ ਤਾਂ ਨਹੀਂ ਲੱਗਦਾ ਕੋਈ ਫਾਇਦਾ ਹੈਗਾ ਗੁਰਦੁਆਰਿਆਂ ਚ। ਕੀ ਫਾਇਦਾ ਤੁਹਾਨੂੰ? ਵੀਰ ਜੀ ਧਰਮ ਤਾਂ ਫੈਲ ਹੀ ਨਹੀਂ ਰਿਹਾ। ਜੇ ਤੁਸੀਂ ਜਿਹੜੇ ਹੈਗੇ ਆ ਪਬਲਿਕ, ਜਿਹੜੀ ਇਨਸਾਨ ਜਿਹੜੇ ਹੈਗੇ, ਉਹਨਾਂ ਦੇ ਵਿੱਚ ਹੀ ਜਾ ਕੇ ਜਿਹੜਾ ਹੈਗਾ, ਫਿਰ ਮਹਾਰਾਜ ਨੂੰ ਕੀ ਲੋੜ ਸੀਗੀ ਬਈ ਮੱਕਾ ਮਦੀਨਾ ਜਿਹੜਾ ਮੁਸਲਮਾਨਾਂ ਦੀ ਉਹਦੇ ਦੇਸ਼ਾਂ ਦੇ ਵਿੱਚ ਜਿਹੜਾ ਹੈ, ਸਾਰੀ ਜਗ੍ਹਾ ਤੇ ਜਾ ਕੇ ਜਿਹੜੀ ਯਾਤਰਾ ਕਰਨ ਦੀ ਕੀ ਲੋੜ ਪੈ ਗਈ ਸੀ ਭਾਈ? 4 ਚੁਫੇਰੇ ਜਿਹੜੇ ਹੈਗੇ, ਉਹ ਕੋਈ ਜਿਹੜਾ ਹੈਗਾ ਕਿਸੇ ਹਿੰਦੂ ਮੁਸਲਮਾਨ ਉਹਨਾਂ ਦੇ ਵਿੱਚ ਜਿਹੜਾ ਫਰਕ ਕਰ ਰਹੇ ਸੀਗੇ ਮਹਾਰਾਜ? ਉਹਨਾਂ ਨੇ ਤਾਂ ਗਿਆਨ ਦੇਣਾ। ਔਰ ਮਰਦਾਨਾ ਜੀ ਜਿਹੜੇ ਸਾਰੀ ਉਮਰ ਉਹਨਾਂ ਦੇ ਨਾਲ ਰਹੇ ਆ, ਜਿਨ੍ਹਾਂ ਦੀ ਬਾਣੀ ਵੀ ਮਰਦਾਨਾ ਦੇ ਨਾਲ ਹੈਗੀ ਆ, ਤੇ ਉਹ ਜਿਹੜੇ ਹੈਗੇ ਤੁਸੀਂ ਉਹ ਤਾਂ ਮੁਸਲਮਾਨ ਹੀ ਸੀਗੇ। ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ 500 ਜਿਹੜੇ ਹੈਗੇ ਬੁੱਧੂ ਸ਼ਾਹ ਦੇ ਨਾਲ ਮੁਰੀਦ ਸੀਗੇ ਸਾਰੇ ਦੇ ਸਾਰੇ, ਉਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਸੀਗੇ ਉਹ? ਹਾਂਜੀ ਵੀਰ ਜੀ। ਹਾਂ ਨਿਜਰ ਸਾਹਿਬ, ਉਹ ਪਤਾ ਕੀ ਆ, ਅਸਲ ਦੇ ਵਿੱਚ ਨਾ ਇਹਨਾਂ ਨੇ ਮਿਸਗਾਈਡ ਕਰਕੇ ਰੱਖਤਾ ਸਾਰਾ ਕੁਝ। ਬਿਲਕੁਲ ਮਿਸਗਾਈਡ ਕਰਤਾ। ਹਜੇ ਵੀ ਇਹ ਚੀਜ਼ ਨੂੰ ਸਮਝਣਾ ਕੋਈ ਵੀ ਨਹੀਂ ਚਾਹੁੰਦਾ ਕਿ ਅਸਲ ਦੇ ਵਿੱਚ ਨਾ ਸਾਰੀ ਸਿੱਖ ਕੌਮ ਹੀ ਗਲਤ ਜਗ੍ਹਾ 'ਚ ਲੈ ਗਏ ਨੇ। ਕੋਈ ਨਹੀਂ, ਆ ਜਾਣੀ ਹੈ ਗੁਰਕੀ ਸਾਹਿਬ, ਆ ਜਾਣੀ ਹੈ ਬਾਣੀ ਜਿਹੜੀ ਹੈ। ਹੁਣ ਬਾਣੀ ਜਿਹੜੀ ਹੈਗੀ ਆ ਦੇਖੋ, ਇਸ ਤਰ੍ਹਾਂ ਬਾਣੀ ਨੂੰ ਵਿਚਾਰਨ ਲੱਗ ਪਏ ਆ, ਆਪਣੇ ਆਪ ਜਿਹੜਾ ਹੈਗਾ ਆ ਜਾਣਾ, ਆਪਣੇ ਆਪ ਆ ਜਾਣਾ ਗੁਰਕੀ ਸਾਹਿਬ। ਜ਼ਿਆਦਾ ਦੇਰ ਨਹੀਂ ਹੈਗੇ। ਇਹ ਰੁਮਾਲੇ ਜਿਹੜੇ ਦਿੱਤੇ ਢੱਕ ਕੇ ਰੱਖੀ ਸੀ ਨਾ ਇਹਨਾਂ ਨੇ, ਇਹ ਹੁਣ ਆ ਗਈ ਸਾਡੇ ਆ ਗਈ ਹੈ ਬਾਹਰ। ਇਹ YouTube 'ਚ ਪਾਤੀ ਆ, ਹੁਣ ਨਹੀਂ ਜਾਂਦੀ ਕਿਤੇ। ਅੱਛਾ ਸਾਧ ਸੰਗਤ ਜੀ, ਜਿਹੜਾ ਸਿੱਖ ਧਰਮ ਹੈ ਨਾ, ਸਿੱਖ ਧਰਮ ਜਿਹੜਾ, ਇਹ ਧਰਮ ਸਾਡੇ ਮਨ ਦਾ ਹੈ, ਨਾ ਕਿ ਸਾਡੇ ਤਨ ਦਾ। ਪਰ ਇਹਨਾਂ ਨੇ ਤਨ ਦਾ ਬਣਾ ਦਿੱਤਾ।
ਕਿਤੇ ਵੀ ਨਹੀਂ ਕਹਿੰਦੇ ਤੁਹਾਡਾ ਮਨ ਸ਼ੁੱਧ ਹੋ ਜੇ। ਉਹ ਕਹਿੰਦੇ ਤੁਸੀਂ ਬਸ ਆ ਬਾਹਰ ਹੀ ਆਪਣੀ ਆਊਟਫਿਟ ਨੂੰ ਸਹੀ ਕਰ ਲਓ, ਤੁਸੀਂ ਧਾਰਮਿਕ ਜੋ। ਕਿੱਥੋਂ? ਹੁਣ ਵੇਖ ਲਓ ਇਹਨਾਂ ਦੀਆਂ ਕਹਾਣੀਆਂ ਵੀ ਏਦਾਂ ਦੀਆਂ ਜੋੜ ਕੇ ਕਈ ਜੋੜ ਦਿੰਦੇ ਨੇ ਲੋਕ, ਔਰ ਉਸੇ ਦਾ ਪ੍ਰਚਾਰ ਕਰ ਰਹੇ ਨੇ। ਔਰ ਜਦੋਂ ਇਹ ਕਹਿੰਦੇ ਕਿ ਇੱਕ ਅੰਨਾ ਲੀਡਰ ਹੋਵੇ ਉਹ ਕਿੱਥੇ ਕੌਮ ਨੂੰ ਲੈ ਜਾਂਦਾ, ਦੇਖੋ ਉਹ ਸਹੀ ਗੱਲ ਆ। ਇਸੇ ਕਹਿੰਦੇ ਲੀਡਰ ਕਹਿੰਦੇ ਬੜੇ ਚੁਣ ਕੇ ਕਰਨੇ ਚਾਹੀਦੇ ਆ, ਪੜ੍ਹੇ ਲਿਖੇ ਸਿਆਣੇ ਸਮਝਦਾਰ। ਕੋਈ ਗਲਤ ਬੰਦਾ ਜਿਹਨੂੰ ਗਿਆਨ ਹੀ ਨਹੀਂ ਹੈਗਾ ਉਹਨੂੰ ਲੀਡਰ ਬਣਾ ਦਿਓ, ਉਹ ਕਿੱਥੇ ਲੈ ਜਾਊ ਤੁਹਾਨੂੰ। ਉਹ ਗੱਲਾਂ ਹੋ ਜਾਂਦੀਆਂ ਨੇ। ਚਲੋ ਬਾਣੀ ਚ ਆਪਾਂ ਇਹ ਚੀਜ਼ ਨੂੰ ਸਮਝਦੇ ਹਾਂ। ਬਾਣੀ ਇਹ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਨੂੰ ਕਿ ਤੂੰ ਦੁਨੀਆ ਨੂੰ ਛੱਡ ਦੇ। ਉਹ ਕਥਾ ਸੁਣੀ ਨਾ ਉਹ ਮਹਾਤਮਾ ਵਾਲੀ, ਉਹ ਕਹਿੰਦਾ ਮਹਾਤਮਾ ਜੀ ਇੱਥੇ ਤੇ ਕੋਈ ਰੱਬ ਨੂੰ ਪ੍ਰਾਪਤ ਨਹੀਂ ਕਰਨਾ ਚਾਹੁੰਦਾ, ਕੋਈ ਬੰਦਾ ਚੰਗਾ ਨਹੀਂ ਬਣਨਾ ਚਾਹੁੰਦਾ, ਕੋਈ ਆਤਮ ਗਿਆਨ ਪ੍ਰਾਪਤ ਨਹੀਂ ਕਰਨਾ ਚਾਹੁੰਦਾ। ਕਹਿੰਦਾ ਇਹ ਗੱਲ ਦਾ ਮੈਨੂੰ ਵੀ ਪਤਾ ਹੈ, ਪਰ ਤੈਨੂੰ ਤੇ ਪਤਾ ਲੱਗ ਗਿਆ ਨਾ ਕਿ ਇਹ ਜੀਵਨ ਨਸ਼ਟ ਹੋ ਜਾਣਾ ਹੈ। ਕੀ ਤੂੰ ਤਿਆਰ ਹੈਗਾ ਵਾ? ਨਾ ਉਹ ਵੀ ਕਹਿੰਦਾ ਮੈਂ ਤਾਂ ਕਿਸੇ ਹੋਰ ਮਕਸਦ ਵਾਸਤੇ ਆਇਆ ਸੀ ਤੁਹਾਡੇ ਕੋਲ, ਮੇਰੀ ਤੇ ਹੋਰ ਸਮੱਸਿਆ ਸੀ। ਉਹ ਕਹਿੰਦਾ ਦੁਨੀਆ ਨੂੰ ਛੱਡ ਦੇ, ਜਿੱਦੇ ਜਾਣਦੇ ਉਹਦੀ ਕਿਉਂਕਿ ਤੇਰੇ ਵੱਲ ਵੇਖ ਦੂਜੇ ਵੀ ਆ ਜਾਣਗੇ, ਪਰ ਤੈਨੂੰ ਤਾਂ ਪਤਾ ਲੱਗ ਗਿਆ ਨਾ, ਤੇ ਤੂੰ ਕਮ ਸੇ ਕਮ ਤੂੰ ਹੀ ਸਿੱਧਾ ਹੋ ਜਾ। ਇੱਥੇ ਆਪਾਂ ਜਿਆਦਾ ਭੀੜ ਦਾ ਮਸਲਾ ਨਹੀਂ। ਦੇਖੋ ਇਹ ਬ੍ਰਹਮ ਦੇ ਵਿੱਚ ਜਦੋਂ ਵੀ ਕੋਈ ਬੰਦਾ ਨਿਕਲਦਾ ਹੈ ਨਾ ਤੇ ਉਹ ਬਹੁਤ ਵੱਡਾ ਇੱਕ ਪੁਲ ਬਣਾ ਕੇ ਜਾਂਦਾ ਹੈ, ਔਰ ਕੁਝ ਸਮੇਂ ਲਈ ਨਾ ਉਹ ਪੁਲ ਜਿਹੜਾ ਉਸੇ ਅਵਸਥਾ ਚ ਰਹਿੰਦਾ ਹੈ, ਪਰ ਫਿਰ ਪ੍ਰਕਿਰਤੀ ਦਾ ਪ੍ਰਭਾਵ ਵੱਧਦਾ ਜਾਂਦਾ, ਫਿਰ ਉਹ ਰਸਤਾ ਜਿਹੜਾ ਸਲੋਲੀ ਬੰਦ ਹੋ ਜਾਂਦਾ। ਇਹ ਜਦੋਂ ਵੀ ਇੱਕ ਬੰਦਾ ਨਿਕਲਦਾ ਹੈ ਬ੍ਰਹਮ ਦੇ ਵਿੱਚ ਜਦੋਂ ਜਾਂਦਾ ਹੈ, ਉਸ ਤੋਂ ਬਾਅਦ ਫਿਰ ਬ੍ਰਹਮ ਜਿਹੜਾ ਹੈ ਨਾ ਫਿਰ ਕੋਈ ਆਪਣੇ ਰੂਲਸ ਇਹਦੇ ਨੇ, ਪਤਾ ਨਹੀਂ ਕਿਉਂ ਏਦਾਂ ਕਰਦਾ ਹੈ, ਕਿਉਂ ਏਦਾਂ ਮੁਕਤ ਕਰ ਦਿੰਦਾ ਹੈ, ਇਹ ਪ੍ਰਮਾਤਮਾ ਹੀ ਜਾਣਦਾ, ਪਰ ਰਸਤਾ ਬਣਦਾ ਜ਼ਰੂਰ ਹੈ। ਉਦੋਂ ਜਿਹੜਾ ਨਿਕਲ ਗਿਆ ਜਿੰਨਾ ਚਿਰ ਤੱਕ ਪੁਲ ਹੈ। ਜਦੋਂ ਪੁਲ ਟੁੱਟ ਜਾਂਦਾ ਫਿਰ ਬਹੁਤ ਜ਼ੋਰ ਪੈਂਦਾ। ਵੇਖੋ ਤੁਸੀਂ ਪੁਲ ਕਦੇ ਇੱਕ ਦਿਨ ਚ ਬਣ ਜਾਂਦੇ, ਕਿੰਨੇ ਸਾਲ ਲੱਗ ਜਾਂਦੇ ਆ। ਰਸਤਾ ਜਦ ਤੱਕ ਨਿੱਜਾ ਸਾਹਿਬ ਖੁੱਲਾ ਨਾ ਫਿਰ ਤੇ ਜਿਹੜਾ ਮਰਜ਼ੀ ਤੁਰਿਆ ਜਾਵੇ, ਬਿਲਕੁਲ। ਪਰ ਜਦੋਂ ਰਸਤਾ ਫੇਰ ਬੰਦ ਹੋ ਗਿਆ, ਫਿਰ ਜਿਹੜਾ ਸ਼ੁਰੂ ਤੋਂ ਤੁਰਨਾ ਨਾ ਉਹ ਕੰਮ ਬੜਾ ਔਖਾ। ਅਗਿਆਨਤਾ ਦੇ ਨਾਲ ਹੀ ਰਸਤਾ ਬੰਦ ਹੋ ਜਾਣਾ। ਹਾਂ, ਫਿਰ ਉਹ ਬੰਦ ਹੋ ਜਾਂਦਾ। ਠੀਕ ਹੈ ਨਿੱਜਾ ਸਾਹਿਬ, ਅਗਲੀ ਤੋਂ ਬੋਲੋ। ਅੱਗੇ ਤਾਂ ਗੋਰਖੀ ਸਾਹਿਬ ਜੋ ਤੁਸੀਂ ਹਮੇਸ਼ਾ ਕਹਿੰਦੇ ਹੋ ਉਹੀ ਗੱਲ ਆ ਰਹੀ। ਕਬੀਰ ਸਾਹਿਬ ਹੁਣ ਉਹੀ ਗੱਲ ਕਹਿ ਰਹੇ ਆ। ਤੁਸੀਂ ਹਮੇਸ਼ਾ ਕਹਿੰਦੇ ਹੋ ਬਈ ਜਿਹਨੇ ਮੁੰਡਾ ਜੰਮਿਆ ਹੀ ਨਹੀਂ ਆ ਉਹ ਕਿਵੇਂ ਦੱਸ ਸਕਦੀ ਆ, ਉਹ ਕਿਵੇਂ ਦੱਸ ਸਕਦੀ ਆ ਭਾਈ। ਜਿਹਨੇ ਕੋਈ ਚੀਜ਼ ਸਵਾਦ ਖਾਧੀ ਨਹੀਂ ਆ, ਕੋਈ ਕਿਸੇ ਚੀਜ਼ ਨੂੰ ਟੈਸਟ ਨਹੀਂ ਕੀਤਾ, ਉਹ ਕਿਵੇਂ ਉਹਦਾ ਸਵਾਦ ਦੱਸ ਸਕਦਾ। ਹੁਣ ਕਬੀਰ ਜੀ ਸੇਮ ਦੀ ਸੇਮ ਗੱਲ ਕਰ ਰਹੇ ਆ। ਤਾਰਨ ਤਰਨ ਤਬੇ ਲਗ ਕਹੀਏ ਜਬ ਲਗ ਤਤ ਨਾ ਜਾਣਿਆ। ਕਹਿੰਦੇ ਤਦ ਤੱਕ ਇਹ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ, ਇਹ ਜਿਹੜੇ ਹੈਗੇ ਉਹ ਬਸ ਖਾਲੀ ਜਿਹੜਾ ਹੈਗਾ ਉਹੀ ਚੁੰਝ ਗਿਆਨ ਦੇ ਨਾਲ ਜਿਹੜਾ ਹੈਗਾ ਮੇਰੇ ਵਰਗੇ ਜਿਹੜੇ ਹੈਗੇ ਇਹ ਤਰਨ ਦੀਆਂ ਗੱਲਾਂ ਕਰੀ ਜਾਂਦੇ ਆ। ਤੱਤ ਤਾਂ ਜਾਣਿਆ ਨਹੀਂ ਹੈਗਾ। ਕਹਿੰਦੇ ਤਦ ਤੱਕ ਜਦ ਤੱਕ ਕੋਈ ਚੀਜ਼ ਆਪ ਅਨੁਭਵ ਨਹੀਂ ਕੀਤੀ ਤਦ ਤੱਕ ਇਹਨਾਂ ਨੇ ਗੱਲਾਂ ਕਰੀ ਜਾਣੀਆਂ ਹੈ। ਕਹਿੰਦੇ ਤਾਰਨ ਤਰਨ ਤਬੇ ਲਗ ਕਹੀਏ ਜਬ ਲਗ ਤਤ ਨਾ ਜਾਣਿਆ। ਕਬੀਰ ਜੀ ਕਹਿੰਦੇ ਆ ਅਬ ਤੋਂ ਬਿਮਲ ਪਾਏ ਘਟ ਭੀਤਰ ਮਨ ਹੀ ਘਟ ਭੀਤਰ ਅਬ ਤੋਂ ਬਿਮਲ ਪਾਏ ਘਟ ਹੀ ਮੈਂ ਕਹਿ ਕਬੀਰ ਮਨ ਮਾਨਿਆ। ਕਹਿੰਦੇ ਹੁਣ ਤਾਂ ਭਾਈ ਬਿਲਕੁਲ ਕਹਿੰਦੇ ਆਏ ਤਰੰਗਾਂ ਹੈ ਹੀ ਨਹੀਂ ਆ, ਇਹ ਮੈਲ ਹੈ ਹੀ ਨਹੀਂ ਆ। ਬਿਮਲ ਕਹਿੰਦੇ ਆ ਬਿਲਕੁਲ ਪਵਿੱਤਰ, ਇੱਕ ਵੀ ਤਰੰਗ ਨਹੀਂ ਹੈ ਕਹਿੰਦੇ ਪਟਲ ਦੇ ਉੱਤੇ। ਸੁਰਤ ਅੰਦਰ ਘਟ ਦੇ ਵਿੱਚ ਲੀਨ ਹੋ ਗਈ, ਆਤਮਾ ਦੇ ਵਿੱਚ ਮੇਰਾ ਮਨ ਮੰਨ ਗਿਆ ਭਾਈ। ਹਾਂਜੀ ਵੀਰ ਜੀ। ਹੁਣ ਦੇਖ ਲਓ ਸਾਧ ਸੰਗਤ ਜੀ, ਇੱਕ ਦਿਨ ਇੱਕ ਪਤਾ ਨੀ ਕਿਹੜੇ ਬਾਬਾ, ਚੰਗਾ ਭਲਾ ਬਾਬਾ, ਉੱਥੇ ਉਹ ਕਹਿ ਦਿੰਦਾ ਆਪਣੀ ਕਥਾ ਦੇ ਵਿੱਚ, ਕਹਿੰਦਾ ਹੈ ਕਿ ਉੱਥੇ ਇੱਕ ਬਿੰਬਲ ਨਦੀ ਉਹਦੇ ਵਿੱਚ ਲੰਘ ਕੇ ਜਾਣਾ ਪੈਂਦਾ, ਅੱਗ ਦੀ ਬਲੀ ਹੋਈ। ਆਪ ਜਸਟ ਦੇਖੋ, ਚੰਗਾ ਭਲਾ ਬਾਬਾ ਆਪਣੇ ਗਰੁੱਪ ਚ ਪਾਈ ਸ਼ੁਰੂ ਕਿੰਨੇ ਕਥਾ, ਕਹਿੰਦੇ ਤੇ ਮੈਂ ਲੱਭ ਕੇ ਫੇਰ ਪਾ ਦੂੰਗਾ। ਉਹ ਬਾਬਾ ਜੀ ਕਹਿੰਦੇ ਨੇ ਚੰਗੇ ਭਲੇ ਪਤਾ ਨੀ ਅਮਰੀਕਾ ਮੁਰਗੇ ਕਿੱਥੇ ਬੈਠਾ ਨਿਜਰ ਸਾਹਿਬ ਬਾਬਾ ਉਹ, ਤੇ ਉੱਥੇ ਕਹਿੰਦਾ ਕਿ ਬਿੰਬਲ ਨਦੀ ਦੇ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਜਿੱਥੇ ਅੱਗ ਲੱਗੀ ਆ। ਮੈਂ ਮਰਨ ਦੇ ਬਾਅਦ ਕੀ ਹੁੰਦਾ ਹੈ ਤੇ ਬਾਣੀ ਚ ਲਿਖਿਆ ਨਹੀਂ ਉਹਨਾਂ ਨੇ ਕਿਸੇ ਨੇ, ਪਰ ਕਹਿੰਦਾ ਨਹੀਂ ਗੁਰੂ ਗ੍ਰੰਥ ਚ ਲਿਖਿਆ ਵਾ ਕਿਉਂਕਿ ਅੱਗ ਦੀ ਬਲੀ ਹੋਈ ਨਦੀ ਆ ਉਹਦੇ ਵਿੱਚ ਦੀ ਲੰਘਣਾ। ਬਿੰਬਲ ਨਦੀ ਦਾ ਮਤਲਬ ਇੱਥੇ ਪਵਿੱਤਰ ਚੀਜ਼ ਹੈ। ਹਾਂ ਬਿਲਕੁਲ ਪਵਿੱਤਰ ਹੈ। ਹਾਂ, ਉਹਦੀ ਅੱਗ ਦੀ ਗੱਲ ਕਰਦੇ, ਉਹ ਈਰਖਾ ਦੀ ਅੱਗ ਗੱਲ ਕਰਦੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਇੱਕ ਚੰਗੀਆਂ ਚੀਜ਼ਾਂ ਥੋੜੀ ਹੈਗੀਆਂ। ਉਹਨੇ ਬਾਬੇ ਨੇ ਪਤਾ ਨੀ ਕਿਹੜੀ ਕਥਾ ਕਰਤੀ ਉਲਟੀ ਕਰ। ਠੀਕ ਹੈ ਜੀ। ਕਹਿੰਦੇ ਕਿ ਤਰਨ ਤਾਰਨ
ਤਬੇ ਲਾਗ ਕਹੀਏ ਜਬ ਲਗ ਤਰ ਨਾ ਜਾਈਏ। ਜਬ ਲਗ ਜੇ ਤਤ ਨਾ ਤੂੰ ਜਾਣਿਆ। ਚੀਜ਼ ਨੂੰ ਜਾਣ, ਹਾਂਜੀ ਹਾਂਜੀ ਹਾਂ, ਤਤ, ਜੇ ਤੂੰ ਜਾਣਿਆ ਹੀ ਨਹੀਂ, ਹਾਂਜੀ ਤਤ ਦਾ ਮਤਲਬ ਇੱਥੇ ਆਤਮਾ ਹੀ ਆ। ਬਿਲਕੁਲ ਬਿਲकुल ਆਤਮਾ ਹੀ ਹੈ। ਤੇ ਫਿਰ ਜੇ ਤੂੰ ਨਹੀਂ ਜਾਣਿਆ ਤੇ ਫਿਰ ਤੂੰ ਗੱਪਾਂ ਮਾਰੇਗਾ, ਝੂਠ ਬੋਲ ਦੇਗਾ ਤੇ ਸਤਿਗੁਰ ਆਊਗਾ, ਉਹ ਤੈਨੂੰ ਲੈ ਕੇ ਜਾਊਗਾ। ਉੱਥੇ ਫਿਰ ਕਿੰਨੇ ਕਰੋੜ ਉੱਥੇ ਸੂਰਜ ਨੇ, ਉਹਦਾ ਪ੍ਰਕਾਸ਼ ਚਾਹੀਦਾ ਵਾ, ਇੱਕ ਬੜੀ ਭਵਰ ਗੁਫਾ ਆਉਂਦੀ ਹੈ, ਉਹਦੇ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਹੈ। ਤੇ ਏਦਾਂ ਦੀਆਂ ਗੱਪਾਂ ਮਾਰ ਦੇਗਾ। ਇਹੋ ਹੀ ਆ, ਬੱਚੇ ਦੀਆਂ ਖੇਡਾਂ ਪਾ ਦੇਗਾ, ਜਿੱਦਾਂ ਇੱਕ ਫਿਲਮਾਂ 'ਚ ਨਹੀਂ ਹੋ ਗਈ, ਜਿੱਦਾਂ ਜਾਦੂਗਰ ਦੇ ਮਹਿਲ 'ਚ ਚੱਲ ਜਾਂਦਾ ਹੈ ਤੇ ਏਦਾਂ ਰਾਹ ਦੇ ਵਿੱਚ ਬੜੀਆਂ ਅੜਚਣਾਂ ਆਉਂਦੀਆਂ। ਤੇ ਤੂੰ ਤੇ ਫਿਰ ਭੁੱਲਿਆ ਵੀ ਏਦਾਂ ਦੀਆਂ ਗੱਲਾਂ ਕਰੇਗਾ, ਫਿਰ ਉਲਟੀਆਂ ਗੱਲਾਂ। ਇੱਥੇ ਤੇ ਕੁਛ ਲਿਖਿਆ ਨਹੀਂ। ਕਿੱਥੇ ਲਿਖਿਆ ਹੈ ਬਾਣੀ ਦੇ ਵਿੱਚ? ਉੱਥੇ ਗੁਫਾ ਹੈਗੀ ਆ, ਉੱਥੇ ਇੱਕ ਕਾਲੀ ਨਦੀ, ਉਹਦੇ ਵਿੱਚ ਦੀ ਲੰਘਣਾ ਹੈ, ਫਿਰ ਇੰਨੇ ਸੂਰਜ ਬਣ ਗਏ। ਕਬੀਰ ਜੀ ਦੀ ਬਾਣੀ ਇੱਥੇ ਕੁਝ ਗੱਲ ਹੋਰ ਕਹੂਗੀ, ਉੱਥੇ ਗੱਲ ਕੋਈ ਹੋਰ ਕਹੂਗੀ। ਆਪ ਮੰਨਦੇ ਜੋ ਇਸ ਚੀਜ਼ ਨੂੰ? ਪਰ ਚੰਗਾ ਭਲਾ ਪੰਥ ਹੈ ਆਪਣੇ ਪੰਜਾਬ ਦੇ ਵਿੱਚ, ਕਰੋੜਾਂ ਲੋਕ ਉਹਨਾਂ ਦੇ ਪਿੱਛੇ, ਪਰ ਦੇਖੋ ਲੋਕ ਕਰਦੇ ਨੇ। ਅਬ ਜਸਟ ਸੋਚੋ ਕਿ ਕਿੰਨਾ ਜ਼ਿਆਦਾ ਭਰਮ ਪਾ ਦਿੱਤਾ ਉਹਨਾਂ ਨੇ, ਇੰਨੀ ਜ਼ਿਆਦਾ ਗੱਪ ਮਾਰ ਦਿੱਤੀ। ਔਰ ਲੋਕੀ ਹਿਟਲਰ ਦੀ ਇੱਕ ਫਿਲਾਸਫੀ ਮੈਨੂੰ ਅਜੇ ਵੀ ਯਾਦ ਆਉਂਦੀ ਆ, ਕਹਿੰਦਾ ਕੁਛ ਚੀਜ਼ਾਂ ਜਿਹੜੀਆਂ ਗਲਤ ਵੀ ਭਾਵੇਂ ਹੋਣ, ਭਾਵੇਂ ਝੂਠੀਆਂ ਹੋਣ, ਤੁਸੀਂ ਬਾਰ-ਬਾਰ ਕਹੀ ਜਾਓ, ਇੱਕ ਦਿਨ ਲੋਕਾਂ ਨੇ ਉਹਨਾਂ ਨੂੰ ਸੱਚ ਮੰਨ ਲੈਣਾ। ਬਿਲਕੁਲ ਸੱਚ ਮੰਨ, ਹਾਂ ਬਿਲਕੁਲ। ਇਹ ਜਿਹੜਾ ਮੈਨੂੰ ਨਾ ਇੱਕ ਰਾਮ ਕ੍ਰਿਸ਼ਨ ਪਰਮਹੰਸ ਜਿਹੜੇ ਹੋਏ ਆ, ਉਹ ਜਿਹੜੇ ਹੈਗੇ ਆਪਣੇ ਕੀ ਵਿਵੇਕਾਨੰਦ ਦੇ ਗੁਰੂ ਸੀਗੇ ਉਹ। ਔਰ ਉਹਨਾਂ ਦਾ ਜੀਵਨ ਜਿਹੜਾ ਦੇਖੋ, ਉਹਨਾਂ ਦੇ ਜੀਵਨ ਦੇ ਵਿੱਚ ਉਹ ਜਿਹੜੇ ਆ ਨਾ, ਉਹਦੇ ਕਾਲੀ ਦੇਵੀ ਦੇ ਬਹੁਤ ਜ਼ਿਆਦਾ ਉਪਾਸਕ ਸੀਗੇ। ਔਰ ਕਾਲੀ ਦੇਵੀ ਉਹ ਪ੍ਰਗਟ ਹੋ ਗਈ ਉਹਨਾਂ ਨੂੰ। ਉਹ ਕਹਿੰਦੇ ਵੀ ਇਹ ਤਾਂ ਅੱਗੇ ਜਾਣ ਹੀ ਨਹੀਂ ਦਿੰਦੀ। ਉਹ ਕਹਿੰਦੇ ਉਹਨਾਂ ਨੂੰ ਇੱਕ ਖੜਕ ਸਿੰਘ ਕਰਕੇ ਜਿਹੜੇ ਹੈਗੇ ਇੱਕ ਬ੍ਰਹਮ ਗਿਆਨੀ ਮਿਲੇ, ਤੇ ਉਹ ਉਹਨਾਂ ਦੇ ਨਾਲ ਮੁਲਾਕਾਤ ਹੋਈ। ਕਹਿੰਦੇ ਮੈਂ ਤਾਂ ਇੱਥੇ ਤਾਂ ਕਹਿੰਦੇ ਤਾਂ ਤੂੰ ਤਾਂ ਕਿੱਥੇ ਫਸਿਆ ਬੈਠਾ ਹੈ। ਕਹਿੰਦੇ ਮੈਂ ਤਾਂ ਕਾਲੀ ਦੇਵੀ ਆ, ਮੁਕਤੀ ਤਾਂ ਉਹ ਦਿੰਦੀ ਨਹੀਂ ਹੈ ਮੈਨੂੰ। ਬਸ ਉਸ ਤੋਂ ਅੱਗੇ ਕਹਿੰਦੇ ਕਾਲੀ ਦੇਵੀ ਕਿਸ ਤਰ੍ਹਾਂ ਆ ਗਈ? ਕਹਿੰਦੇ ਕਾਲੀ ਦੇਵੀ ਕਹਿੰਦੇ ਕਾਲੀ ਦੇਵੀ ਨੂੰ ਹੁਣ ਤੈਨੂੰ ਜਿਹੜਾ ਹੈ ਮਾਰਨਾ ਪਊਗਾ, ਇਹ ਕਾਲੀ ਦੇਵੀ ਨੂੰ ਮਾਰਨਾ ਪਊਗਾ। ਕਹਿੰਦੇ ਕਿਵੇਂ ਮਾਰਾਂ ਇਹਨੂੰ ਕਾਲੀ ਦੇਵੀ? ਕਹਿੰਦੇ ਕਾਲੀ ਦੇਵੀ ਕਿੱਥੋਂ ਪ੍ਰਗਟ ਕੀਤੀ ਸੀ? ਕਹਿੰਦੇ ਮੈਂ ਵਿਚਾਰਾਂ ਤੋਂ ਹੀ ਕਾਲੀ ਦੇਵੀ ਪ੍ਰਗਟ ਕੀਤੀ ਸੀ। ਕਹਿੰਦੇ ਉੱਥੋਂ ਹੀ ਜਿਹੜੀ ਹੈਗੀ ਹੁਣ ਜਿਹੜਾ ਹੈਗਾ ਇਹ ਉੱਥੋਂ ਹੀ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਹੁਣ ਤਲਵਾਰ ਵੀ ਕੱਢ ਲਾ। ਉੱਥੇ ਜਿਸ ਤਰ੍ਹਾਂ ਤੂੰ ਕਾਲੀ ਦੇਵੀ ਪ੍ਰਗਟ ਕੀਤੀ ਸੀ, ਉਸ ਤਰ੍ਹਾਂ ਹੀ ਤਲਵਾਰ ਲੈ ਲਾ ਤੇ ਉਹਨੂੰ ਤਲਵਾਰ ਦੇ ਨਾਲ ਉਹਨੂੰ ਉਡਾ ਦੇ ਕਾਲੀ ਦੇਵੀ ਨੂੰ। ਬਸ ਆ ਭਾਈ, ਜੋ ਆਪਾਂ ਸੋਚ ਕੇ ਬੈਠਦੇ ਹਾਂ, ਜੋ ਆਪਣੇ ਅੰਦਰ ਵਿਚਾਰ ਹੁੰਦੇ ਆ, ਜਿਸ ਤਰ੍ਹਾਂ ਦਾ ਆਪਾਂ ਸਰੂਪ ਆ। ਗੁਰੂ ਗੋਬਿੰਦ ਸਿੰਘ ਜੀ ਘੋੜੇ 'ਤੇ ਜੀ ਮੈਨੂੰ ਦਰਸ਼ਨ ਦਿੱਤੇ, ਮੈਨੂੰ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦੇ ਦਿੱਤੇ, ਮੈਨੂੰ ਇਸ ਤਰ੍ਹਾਂ ਹੋ ਗਿਆ। ਬਸ ਉਹੀ ਚੱਲਣਾ ਹੈ ਭਾਈ। ਹਾਂਜੀ ਵੀਰ ਜੀ, ਆਓ ਕਰ ਲਓ ਦਰਸ਼ਨ ਕੀਤਿਆਂ ਕੀ ਲੱਭਿਆ? ਤੂੰ ਦੱਸੋ। ਇੱਕ ਕਹਿੰਦਾ ਮੈਨੂੰ ਜੋਤੀ ਦੇ ਦਰਸ਼ਨ ਹੁੰਦੇ, ਮੈਂ ਜੋਤੀ ਨੂੰ ਦਰਸ਼ਨ ਹੋ ਗਏ। ਤੂੰ ਵੇਖੋ ਕੀ ਮਿਲਿਆ ਤੁਹਾਨੂੰ ਜੋਤੀ ਦੇ ਦਰਸ਼ਨ ਕੀਤੇ? ਕੋਈ ਜ਼ਿੰਦਗੀ 'ਚ ਪਰਿਵਰਤਨ ਆਇਆ? ਮੈਂ ਕਿਤੇ ਗ੍ਰੰਥ ਸਾਹਿਬ 'ਚ ਲਿਖਿਆ ਕਿ ਜੋਤੀ ਹੈਗੀ ਹੈ। ਅੱਛਾ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵਾ ਕਿ ਮੈਨੂੰ ਫਲਾਣੇ ਬਾਬੇ ਦੇ ਦਰਸ਼ਨ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੇਰੇ ਤੋਂ ਪਹਿਲੇ ਗੁਰੂ ਨੇ ਹੈਗੇ, ਮੈਨੂੰ ਉਹਦੇ ਦਰਸ਼ਨ ਕਰਨੇ ਆ ਸਮਾਧੀ ਲੀਨ ਹੋ ਕੇ। ਨਿਜਰ ਸਾਹਿਬ ਨਾ। ਅੱਛਾ, ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵਾ, ਗੁਰੂ ਰਾਮਦਾਸ ਜੀ ਨੇ ਕਿਹਾ, ਤੇ ਗੁਰੂ ਨੇ ਕਿਹਾ ਵਾ ਕਿ ਮੈਨੂੰ ਦਰਸ਼ਨ ਹੁੰਦੇ ਮੇਰੇ ਅੰਦਰ। ਮੇਰੇ ਜਿਹੜਾ ਗੁਰੂ ਸੀ, ਮੇਰੇ ਅੰਦਰ ਫੋਟੋ ਦੇਖਦੀ ਹੈ, ਪਰ ਇਹ ਕਹਿੰਦੇ ਆ ਤੁਸੀਂ ਸਾਡੀਆਂ ਫੋਟੋਆਂ ਅੰਦਰ ਰੱਖੋ ਆਪਣੇ ਮਨ ਦੇ ਅੰਦਰ। ਦੱਸੋ ਕਿਸੇ ਗੁਰੂ ਨੇ ਕਿਹਾ ਕਿ ਮੇਰੀ ਫੋਟੋ? ਉਲਟਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਧਾਰਨਾ ਕੀਤੀ ਕਿ ਜੇ ਕੋਈ ਮੇਰੀ ਮੂਰਤੀ ਨੂੰ ਪੂਜਦਾ ਜਾਂ ਮੇਰੀ ਫੋਟੋ ਨੂੰ ਪੂਜਦਾ ਤੇ ਨਰਕ 'ਚ ਜਾਊਗਾ, ਕੁੰਭੀ ਨਰਕ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ ਗੁਰਕੀ ਸਾਹਿਬ। ਆਪ ਜਸਟ ਸੋਚੋ ਸੰਗਤ ਜੀ, ਇੰਨਾ ਜ਼ਿਆਦਾ ਬੇਵਕੂਫੀ ਇੰਨੀ ਵੱਡੇ ਲੈਵਲ ਤੇ ਕਰ ਦਿੱਤੀ। ਔਰ ਲੋਕੀ ਵੇਖ ਲਓ ਬਲੀਵ ਕਰਦੇ ਨੇ ਬਕਵਾਸ ਤੇ। ਹੈ ਬਕਵਾਸ ਹੀ। ਹੁਣ ਤੁਸੀਂ ਕਈ ਕਹਿੰਦੇ ਨੇ ਕਿ ਨਹੀਂ ਵੀਰ ਜੀ ਸਾਡੇ ਬਾਬੇ ਕਈ ਗਰੁੱਪ ਛੱਡ ਕੇ ਭੱਜ ਜਾਂਦੇ। ਭੱਜ ਜਾਓ, ਕਿੱਥੇ ਭੱਜੋਗੇ? ਇੱਕ ਸਮਾਂ ਤੇ ਆਉਣਾ ਹੀ ਆ ਨਾ। ਉਦੋਂ ਇਹਨੂੰ ਬਾਬੇ ਹੀਊ ਵਾਂਗੂ ਸੱਦ ਲਿਓ ਫਿਰ ਲਾਗੇ ਕਿ ਬਾਬਾ ਜੀ ਤੁਸੀਂ ਤੇ ਕਿਹਾ ਸਾਡੇ ਲਾਗੇ ਆਓਗੇ, ਸਾਨੂੰ ਪਤਾ ਨਹੀਂ ਕਿੱਥੋਂ ਫੜ ਕੇ ਬਾਹਰ ਕੱਢਣਾ, ਜਾਓ ਸਾਡੇ ਨਾਲ ਚੱਲੀਏ। ਬਾਬੇ ਨੇ ਕਹਿਣਾ ਪਹਿਲਾਂ ਮੈਂ ਆਪ ਹੀ ਡੁੱਬਿਆ। ਹਾਂ, ਮੈਂ ਤਾਂ ਆਪ ਹੀ ਡੁੱਬਿਆ ਪਿਆ। ਠੀਕ ਆ। ਤੋ ਇੱਥੇ ਇਹ ਬਾਣੀ ਤੇ ਸਾਨੂੰ ਇਹ ਸਮਝਾਉਂਦੀ ਹੈ, ਠੀਕ ਹੈ, ਆਪਾਂ ਥੋੜੇ ਸਿਆਣੇ ਬਣਨਾ। ਬੇਵਕੂਫੀ ਇੱਥੇ ਕੋਈ ਜਗ੍ਹਾ ਨਹੀਂ ਹੈਗੀ। ਦੇਖੋ ਜਿਹੜੇ ਤੁਹਾਡੇ ਚਿੱਤ 'ਚ ਜਿਹੜੀ ਚੀਜ਼ ਬੈਠੀ ਹੈ ਨਾ, ਉਹ ਚਾਹੇ ਕਿਸੇ ਰੂਪ 'ਚ ਹੈ। ਅਸਲ 'ਚ ਨੇ ਸਾਧ ਸੰਗਤ ਜੀ ਲੋਕ ਤੁਹਾਨੂੰ ਡਰਾ ਦਿੰਦੇ ਨੇ, ਕਲਪਨਾ ਕਰਕੇ ਨਾ, ਫਿਰ ਤੁਹਾਡੇ ਮਨ 'ਚ ਨਾ ਵਹਿਮ ਪਾ ਦਿੰਦੇ ਆ ਕਿ ਇੱਥੇ ਫਲਾਨਾ ਬੰਦਾ ਆਊਗਾ, ਤੁਹਾਨੂੰ ਫੜ ਕੇ ਲੈ ਕੇ ਜਾਊਗਾ। ਬਾਰ-ਬਾਰ ਉਸ ਗੱਲ ਨੂੰ ਸੁਣ ਕੇ ਨਾ ਤੁਹਾਡੇ ਅੰਦਰ ਡਰਾ ਦਿੰਦੇ ਨੇ ਕਿ
ਬਾਣੀ ਦੀ ਤੁਕ ਕੱਢ ਲੈਣਗੇ ਕਿ ਗੁਰੂ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ, ਗੁਰੂ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਪਰ ਇੱਥੇ ਗੁਰੂ ਦਾ ਮਤਲਬ ਪਤਾ ਕਿੰਨਾ ਕੁ ਹੈ? ਇਹ ਲੋਕਾਂ ਨੇ ਪਤਾ ਨਹੀਂ ਕੀ ਬਣਾਤਾ। ਗੁਰੂ ਦਾ ਮਤਲਬ ਹੈ ਕਿ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹਨੇ ਸਮਝਾ ਦਿੱਤੀ। ਹੁਣ ਤੁਹਾਨੂੰ ਕੋਈ ਸਬਕ ਨਹੀਂ ਕਿਤਾਬ ਦਾ ਸਮਝ ਆਉਂਦਾ, ਇੱਥੇ ਕਾਲਜ ਚ ਗਏ, ਅਗਲੇ ਲੈਕਚਰਰ ਆਇਆ ਵਾ, ਉਹਨੇ ਤੁਹਾਨੂੰ ਸਮਝਾ ਦਿੱਤਾ ਹੈ ਤੇ ਬਸ ਸਮਝ ਗਏ ਤੁਸੀਂ। ਪਰ ਪੇਪਰ ਤੁਹਾਨੂੰ ਖੁਦ ਹੀ ਦੇਣਾ ਪੈਣਾ ਵਾ। ਬਿਲਕੁਲ ਸਹੀ ਗੱਲ ਹੈ, ਗੁਰੂ ਨੇ ਤੁਹਾਡੇ ਬਿਲਕੁਲ ਪੇਪਰ ਥੋੜੀ ਦੇਣਾ ਵਾ। ਹਾਂ ਬਿਲਕੁਲ। ਪਰ ਇਹ ਕਹਿੰਦੇ ਆ ਕਿ ਨਹੀਂ ਪੇਪਰ ਅਸੀਂ ਦੇ ਦਾਂਗੇ। ਇਹ ਤੁਸੀਂ ਇੰਨੇ ਬੇਵਕੂਫ ਜੋ ਇਹਦੀ ਗੱਲ ਤੇ ਯਕੀਨ ਕਰਦੇ ਜੋ ਇੱਕ ਪੌੜੀ ਤੇ। ਦੇਖੋ ਇੱਥੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਵਾ ਕਿ ਮੇਰਾ ਪੇਪਰ ਮੇਰੇ ਪਿਓ ਨੇ ਦੇ ਦਿੱਤਾ ਹੈ। ਨਾ ਅਜੇ ਸਾਹਿਬ, ਨਹੀਂ ਬਿਲਕੁਲ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਮੇਰਾ ਪੇਪਰ ਦੇ ਦਿੱਤਾ ਕਿਸੇ ਨੇ? ਨਾ। ਦੱਸੋ। ਅੱਛਾ, ਕਬੀਰ ਜੀ ਨੇ ਕਿਹਾ ਵਾ? ਕਿਹਨੇ ਕਿਹਾ ਵਾ? ਕਬੀਰ ਜੀ ਤਾਂ ਕਹਿੰਦੇ ਗੋਰਖੀ ਸਾਹਿਬ, ਕਬੀਰ ਜੀ ਤਾਂ ਕਹਿੰਦੇ ਇੱਕ ਔਗਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ ਕਬੀਰ। ਕਹਿੰਦੇ ਮੈਂ ਤਾਂ ਬੜੀ ਮਿਹਨਤ ਨਿਕਲ ਰਹੀ ਹੈ ਭਾਈ, ਪਸੀਨੋ ਪਸੀਨਾ ਹੋਇਆ ਪਿਆ ਆ, ਮੈਂ ਤਾਂ ਹਾਲੇ ਚੜ ਰਿਹਾ ਆ ਭਾਈ। ਚੜ ਰਿਹਾ, ਪਰ ਉਹਨਾਂ ਨੇ ਇਹ ਤੇ ਨਹੀਂ ਕਿਹਾ ਕਿ ਮੇਰਾ ਜਿਹੜਾ ਗੁਰੂ ਹੈਗਾ ਜਿੱਥੋਂ ਮੈਂ ਗਿਆਨ ਲਿਆ ਵਾ, ਉਹ ਕਹਿੰਦਾ ਕਿ ਤੇਰੇ ਕਬੀਰ ਤੈਨੂੰ ਕੁਛ ਕਰਨ ਦੀ ਲੋੜ ਨਹੀਂ ਆ, ਤੈਨੂੰ ਕਿਸੇ ਘਾਟੀ ਘੁੱਟੀ ਤੇ ਚੜ੍ਹਨ ਦੀ ਲੋੜ ਨਹੀਂ, ਤੂੰ ਘਰੇ ਬੈਠਾ ਰਹਿ, ਮੈਂ ਸਾਹਮਣੇ ਨਾ ਤੇਰਾ ਕੰਮ। ਨਹੀਂ, ਏਦਾਂ ਨਾ ਕਰੋ। ਬੜੇ ਲੋਕ ਏਦਾਂ ਦਾ ਭਰਮ ਪਾ ਦਿੰਦੇ ਨੇ। ਇੰਨੀ ਚਮਕ ਉੱਥੇ ਜਿਆਦੀ, ਝੂਠ ਹਮੇਸ਼ਾ ਹੀ ਮਖਮਲ ਚ ਲਪੇਟਿਆ। ਇੰਨਾ ਸੋਹਣਾ ਉਹਨਾਂ ਨੇ ਬਣਾਇਆ, ਕੋਈ ਬੰਦਾ ਫਸ ਜਾਂਦਾ ਹੈ, ਉਹਨੂੰ ਮਾਇਆ ਜਾਲ ਚ ਫਸਾ ਕੇ ਉੱਤੋਂ ਕੰਮ ਕਰਾਉਂਦੇ। ਉੱਥੇ ਵੇਖੋ ਕਈ ਬਿਸਕੁਟਾਂ ਦੀਆਂ ਫੈਕਟਰੀਆਂ, ਰਸਾਂ ਦੀਆਂ ਫੈਕਟਰੀਆਂ, ਕੌਫੀਆਂ, ਪਤਾ ਨਹੀਂ ਕੀ ਲੋਕੀ ਪੈਕ ਕਰਨ ਦੇ, ਉੱਥੇ ਸਮਾਨ ਵੇਚਣ ਦੇ ਬਣਾ ਕੇ ਉਹਨਾਂ ਲਈ। ਉਹਨਾਂ ਨੂੰ ਫ੍ਰੀ ਵਿੱਚ ਮਜ਼ਦੂਰ ਮਿਲੇ ਹੋਏ ਨੇ। ਔਰ ਇੱਥੇ ਬੱਸਾਂ ਜਾਂਦੀਆਂ ਨੇ, ਲੋਕੀ ਮਨ ਦੇ ਵਿੱਚ ਵਹਿਮ ਪਾ ਦਿੱਤਾ ਹੈ ਕਿ ਤੁਸੀਂ ਤੇ ਸੇਵਾ ਕਰੋਗੇ ਤੇ ਬਹੁਤ ਵਧੀਆ ਹੈ, ਤੁਹਾਨੂੰ ਗੁਰੂ ਜਿਹੜਾ ਹੈ ਸਾਡਾ ਸਤਿਗੁਰੂ ਪਤਾ ਨਹੀਂ ਕਿੱਥੇ ਲੈ ਜਾਊ, ਜਿੱਥੇ ਆਪ ਜਾਊ ਉੱਥੇ ਤੁਹਾਨੂੰ ਖੜੂ। ਪਰ ਨਹੀਂ, ਬਾਣੀ ਤੇ ਕਿਤੇ ਨਹੀਂ ਲਿਖਿਆ ਨਾ। ਬਾਣੀ ਤੇ ਕਹਿੰਦੇ ਕਿ ਤੇਰਾ ਕਰਮ ਪਤਾ ਕੀ ਹੈ, ਜੋ ਤੇਰੀ ਡਿਊਟੀ ਹੈਗੀ ਆ। ਜੇ ਤੂੰ ਕੋਈ ਪੁਲਿਸ ਵਾਲਾ ਹੈਗਾ ਨਾ, ਤੇਰਾ ਧਰਮ ਹੈ ਕਿ ਉਹ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾ। ਜੇ ਤੂੰ ਕਲਰਕ ਹੈਗਾ, ਤੇਰੀ ਡਿਊਟੀ ਉਹੀ ਹੈ ਕਿ ਤੂੰ ਕਲਰਕ ਦੀ ਡਿਊਟੀ ਨਿਭਾ। ਤੇ ਜੇ ਤੂੰ ਪਿਓ ਹੈ ਨਾ, ਤੇਰਾ ਧਰਮ ਇਹੋ ਹੀ ਹੈ ਕਿ ਤੂੰ ਪਿਓ, ਇੱਕ ਚੰਗਾ ਪਿਓ ਬਣ, ਇੱਕ ਚੰਗੀ ਮਾਂ ਬਣ, ਇੱਕ ਚੰਗਾ ਭੈਣ ਬਣਾ, ਇੱਕ ਚੰਗਾ ਭਰਾ ਬਣ, ਇੱਕ ਚੰਗੀ ਪਤਨੀ ਬਣ, ਇੱਕ ਚੰਗਾ ਪਤੀ ਬਣ। ਜੇ ਤੂੰ ਉਹ ਕਿਰਦਾਰ ਨੂੰ ਨਹੀਂ ਨਿਭਾ ਪਾ ਰਿਹਾ ਤੇ ਕਿੱਥੋਂ ਪਰਮਾਤਮਾ ਨੂੰ ਚੰਗਾ ਲੱਗੇਗਾ? ਪਰਮਾਤਮਾ ਸਟੂਪਿਡ ਹੈਗਾ? ਸਾਡਾ ਨਾਟਕ ਵੇਖੀ ਜੋ ਉੱਥੇ 2 ਮਿੰਟ ਇੱਕ ਗੁਰਦੁਆਰੇ ਜਾ ਕੇ ਮੈਂ ਲੀਰਾ ਮਾਰਿਆ, ਲੰਗਰ ਵਰਤਾਇਆ, ਕਿ ਪਰਮਾਤਮਾ ਲਾਈਕ ਕਰੂਗਾ ਨਿੱਜਰ ਸਾਹਿਬ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ। ਲੁੱਟ ਕੇ ਲਿਆ ਕੇ ਦਾਨ ਕਰ ਦੋ ਤੇ ਕਿਸ ਤਰ੍ਹਾਂ ਜਿਹੜਾ ਹੈ ਮਾਲਕ ਨੂੰ ਨਹੀਂ ਪਤਾ ਇਸ ਗੱਲ ਦਾ। ਹਾਂ, ਕੀ ਆਪ ਬਿਲੀਵ ਕਰਦੇ ਹੋ ਕਿ ਸੱਚੀ ਪਰਮਾਤਮਾ ਮੇਰੀਆਂ ਨੇ ਬੇਵਕੂਫੀਆਂ ਨੂੰ ਵੇਖ ਕੇ ਬੜਾ ਖੁਸ਼ ਹੋ ਰਿਹਾ? ਨਹੀਂ, ਉਹ ਨਹੀਂ ਲਾਈਕ ਕਰਦਾ, ਬਿਲਕੁਲ ਲਾਈਕ ਨਹੀਂ ਕਰਦਾ। ਔਰ ਕਿੱਥੇ ਹੈ ਪਰਮਾਤਮਾ? ਜਾਂ ਲੱਭਣ ਜਾਓ ਉਹਨੂੰ, ਕਿੱਥੇ ਹੈਗਾ? ਇਹ ਸੰਸਾਰ ਹੀ ਤੇ ਪਰਮਾਤਮਾ ਹੈ। ਤੇ ਜੇ ਇਹਦੇ ਨਾਲ ਹੀ ਆਪਾਂ ਚੰਗੀ ਤਰ੍ਹਾਂ ਨਹੀਂ ਨਿਭਾ ਪਾ ਰਹੇ, ਕੰਡੇ ਬੀਜ ਰਹੇ ਆ, ਫਿਰ ਪਰਮਾਤਮਾ ਬੜੀ ਦੂਰ ਦੀ ਗੱਲ। ਇਹ ਬਿਲਕੁਲ ਕਲੀਅਰ ਕਰ। ਇਹ ਤੇ ਲੋਕਾਂ ਨੇ ਐਵੇਂ ਸਵਾਦ ਲੈਣ ਦੀਆਂ ਗੱਲਾਂ, ਘੜੀ ਸਿਰ ਵਾਹਿਗੁਰੂ ਵਾਹਿਗੁਰੂ ਕਹਿ ਛੱਡਿਆ ਤੇ ਮੁੜ ਕੇ ਸਾਰੀ ਦਿਹਾੜੀ ਜੋ ਮੂੰਹ ਚ ਆਇਆ ਬੋਲਿਆ, ਜੋ ਕੰਨਾਂ ਚ ਆਇਆ ਸੁਣਿਆ, ਜੋ ਦਿਲ ਕੀਤਾ ਖਾਧਾ ਪੀਤਾ, ਕੁਛ ਨਹੀਂ ਵੇਖਿਆ, ਵਿਚਾਰ ਨਹੀਂ ਕੀਤੀ। ਜੋ ਬਾਣੀ ਤੇ ਕਹਿੰਦੀ ਕਿ ਨਾਮ ਵੀ ਤੂੰ ਵਿਚਾਰ ਤੋਂ ਬਿਨਾਂ ਨਹੀਂ ਜਪਣਾ, ਕਰਮ ਵੀ ਵਿਚਾਰ ਤੋਂ ਬਿਨਾਂ ਨਹੀਂ ਕਰਨਾ, ਦਾਨ ਵੀ ਵਿਚਾਰ ਤੋਂ ਬਿਨਾਂ ਨਹੀਂ ਕਰਨਾ। ਤੂੰ ਅੱਖਾਂ ਬੰਦ ਕਰਕੇ ਦਾਨ ਦੇ ਦਿੱਤਾ, ਉਸ ਬੰਦੇ ਨੇ ਤੇਰੇ ਦਾਨ ਦੇ ਨਾਲ ਕੋਈ ਗਲਤ ਕੰਮ ਕੀਤਾ, ਤੂੰ ਬਰਾਬਰ ਦਾ ਜ਼ਿੰਮੇਵਾਰੀ। ਨਿਜਰ ਸਾਹਿਬ ਬਿਲਕੁਲ ਠੀਕ ਹੈ ਗੋਰਖੀ ਸਾਹਿਬ। ਔਰ 10 ਰੁਪਏ ਦੀ ਚੀਜ਼ 100 ਰੁਪਏ ਦੇ ਵਿੱਚ ਵੇਚ ਰਿਹਾ, 200 ਰੁਪਏ ਦੇ ਵਿੱਚ ਵੇਚ ਰਿਹਾ ਹੈ। ਇਹ ਤੇ ਮਾਲਕ ਨੂੰ ਨਹੀਂ, ਕਿਹਨੂੰ ਵੇਚ ਰਿਹਾ? ਤੂੰ ਮਾਲਕ ਨੂੰ ਹੀ ਵੇਚ ਰਿਹਾ ਹੈ। ਤੇ ਬ੍ਰਹਮੀ ਆ, ਅਗਲੇ ਨੂੰ ਨਹੀਂ ਪਤਾ। ਜਿਹਨੂੰ ਪਤਾ ਵਾ ਤੂੰ ਉਹਨੂੰ ਜਾਇਜ਼ ਰੇਟ ਲਾਉਣਾ, ਜਿਹਨੂੰ ਵਿਚਾਰੇ ਨੂੰ ਨਹੀਂ ਪਤਾ ਤੂੰ ਉਹਨੂੰ ਠੱਗੀ ਮਾਰ ਰਿਹਾ। ਤੁਸੀਂ ਕੀ ਸੋਚਦੇ ਜੋ ਚੋਰ ਉਹ ਆ ਜਿਹੜਾ ਤੁਹਾਡੇ ਮੋਬਾਈਲ ਕੱਢ ਲੈਂਦਾ ਜਾਂ ਪੈਸੇ ਖੋ ਕੇ ਭੱਜ ਜਾਂਦਾ? ਨਹੀਂ, ਇਹ ਵੀ ਚੋਰ ਨੇ। ਅੱਛਾ, ਇੱਕ ਚੀਜ਼ ਹੋਰ ਸੁਣੋ, ਤੁਸੀਂ ਠੱਗੀ ਨਹੀਂ ਮਾਰਦੇ, ਤੁਸੀਂ ਕੁਛ ਵੀ ਨਹੀਂ ਕਰਦੇ। ਤੁਸੀਂ 800 ਰੁਪਇਆ ਲਿਆ ਤੇ 500 ਦਾ ਕੰਮ ਕੀਤਾ, ਤੁਸੀਂ ਵੀ ਚੋਰ ਜੋ। ਬਿਲਕੁਲ ਸਹੀ ਹੈ ਗੋਰਖੀ ਸਾਹਿਬ, ਬਿਲਕੁਲ ਸਹੀ ਹੈ। 200 ਰੁਪਏ ਦੇ ਚੋਰੀ ਕਰ ਲਈ ਤੁਸੀਂ? ਹਾਂ, 300 ਦੀ ਚੋਰੀ ਕਰ ਲਈ। ਆਹੋ, 200 ਦੀ 800 ਜਿੰਨਾ ਵੀ ਤੁਹਾਡਾ ਤੁਸੀਂ ਵੱਧ ਤੁਸੀਂ ਉਹਨਾਂ ਨਹੀਂ ਕਰਕੇ ਦੇ ਰਹੇ ਅਗਲੇ ਨੂੰ, ਜਿੰਨਾ ਤੁਹਾਡਾ ਬਣਦਾ ਹੈ, ਉਹ ਵੀ ਇੱਕ ਚੋਰੀ। ਠੀਕ ਹੈ ਜੀ, ਇਹ ਚੀਜ਼ ਨੂੰ ਆਪਾਂ ਵਿਚਾਰ ਕਰਨਾ। ਧਰਮ ਬਹੁਤ ਵੱਡਾ ਹੈ, ਪਰ ਧਰਮ ਤੁਹਾਡੇ ਤੋਂ ਸ਼ੁਰੂ ਹੋ ਕੇ ਤੇ ਤੁਹਾਡੇ ਚ ਖਤਮ ਹੋ ਜਾਂਦਾ। ਤੇ ਦੂਜਿਆਂ ਨੂੰ ਨਾ ਵੇਖਿਆ ਕਰੋ
ਉਹ ਜੀ ਵੇਖੋ ਜੀ, ਮੈਨੂੰ ਕਈ ਕਹਿੰਦੇ ਵੀਰ ਜੀ ਵੇਖੋ ਕਿੰਨਾ ਸੁੱਖ ਲੈ ਆਂਦੇ ਆ। ਮੈਂ ਕਿਹਾ ਤੈਨੂੰ ਪਤਾ ਸੁੱਖ ਲੈ ਆਂਦੇ ਆ ਕਿੱਦਾਂ? ਵੇਖੋ ਭਾਜੀ ਕਿੰਨਾ ਪੈਸਾ ਇਕੱਠਾ ਕਰ ਲਿਆ, ਕਿੰਨਾ ਫੁੱਲਣ ਦਿਆ। ਤੇ ਮੈਂ ਕਿਹਾ ਜਿਹੜਾ ਫੁੱਲਦਾ ਨਾ ਕਿਤੇ ਤਕੜੀ ਦਾ ਜਿਹੜਾ ਪੱਲਾ ਉੱਪਰ ਨੂੰ ਜਾਣਦੇ ਆ ਨਾ, ਉਹ ਭਾਰਾ ਨਹੀਂ ਜੋ ਹੁੰਦਾ। ਔਰ ਮੈਂ ਕਿਹਾ ਜਿਹਨੇ ਉਹ ਕੰਮ ਕਰ ਰਹੇ ਨੇ ਤੇ ਉਹ ਹਿਸਾਬ ਦਊਗਾ। ਤੂੰ ਮੈਂ ਕਿਹਾ ਆਪਣੇ ਆਪ ਨੂੰ ਵੇਖ, ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣਾ ਮੂੰਹ ਲਾਲ ਮੈਂ ਚਪੇੜਾ ਮਾਰ ਕੇ ਨਹੀਂ ਕਰ ਲਈਦਾ। ਮੈਂ ਜਿਹਨੇ ਬਾਣੀ ਦੇ ਵਿੱਚ ਵੇਖੋ ਪੜੋ, ਜਿੰਨਾ ਖਾਦੀਆਂ ਚੋਪੜੀਆਂ ਤੈ ਘਣੇ ਦੁੱਖ, ਬਾਣੀ 'ਚ ਲਿਖਿਆ ਵੀ ਆ ਕਈ ਜਗ੍ਹਾ ਜਿੱਦਾਂ ਸਮਝਾਇਆ ਵਾ ਕਿ ਤੂੰ ਦੂਜਾ ਕੀ ਕਰ ਰਿਹਾ ਉਹ ਏਡਾ ਮੈਟਰ ਨਹੀਂ ਕਰ ਰਿਹਾ, ਤੂੰ ਕੀ ਕਰ ਰਿਹਾ ਇਹ ਬਹੁਤ ਵੱਡੀ ਗੱਲ ਹੈ। ਅੱਛਾ ਇੱਥੇ ਨਿਜ ਸਾਹਿਬ ਅੱਗੇ ਚੱਲੀਏ। बस इत्थे खत्म हो गया जी गोरखी साहब। अब तो बिमल पाए घट मैं कह कबीर मन मानिया। कहते हुण तो पवित्र हो गया, मेरे को मैल ही नहीं है, मेरे विचार ही नहीं है। बस हुण तो मेरा मन पूरी तरह मन्निया पिया है। मन नाम की चीज़ है नहीं कि आत्मा ही रह गई है गोरखी साहब। हाँ जी हाँ जी। ਹੁਣ ਦੇਖੋ ਸਾਧ ਸੰਗਤ ਜੀ, ਇਹਦੇ ਵਿੱਚ ਪਤਾ ਕੀ, ਮੈਂ ਕੱਲ ਵੀ ਨਿਜ ਸਾਹਿਬ ਜਦੋਂ ਚੱਲ ਗਏ ਸੀ ਤੁਹਾਡੇ ਨਾਲ ਵਿਚਾਰ ਕੀਤੀ ਸੀ ਕਿ ਤੁਹਾਡੇ ਅੰਦਰ ਬੁਰਾਈ ਆਈ ਨਹੀਂ ਸਕਦੀ। ਬਹੁਤ ਔਖਾ। ਦੇਖੋ ਪਤਾ ਕੀ, ਇੱਕ ਮੇਰੇ ਵਰਗੇ ਨੇ ਕਾਲੇ ਕੱਪੜੇ ਪਾਏ ਹੋਣ ਨਾ, ਤੇ ਹੋ ਸਕਦਾ ਹੈ ਕਿ ਹੋਰ ਕਾਲਖ ਲੱਗ ਜੇ ਤੇ ਮੈਨੂੰ ਨਾ ਪਤਾ ਲੱਗ, ਪਰ ਤੁਸੀਂ ਭਗਤੀ ਕਰ ਲਈ ਆ, ਉਹ ਕਾਲੇ ਕੱਪੜੇ ਚਿੱਟੇ ਹੋ ਜਾਣੇ ਆ। ਇੱਕ ਛੋਟਾ ਜਿਹਾ ਡ੍ਰੌਪ ਵੀ ਲੱਗਾ ਨਾ ਤੁਹਾਨੂੰ ਦੂਰੋਂ ਦਿਖਾਈ ਦੇਣਾ, ਬਹੁਤ ਪਵਿੱਤਰਤਾ ਆ ਜਾਣੀ। ਇਹ ਬਿਮਲ ਨਦੀ ਦਾ ਮਤਲਬ ਹੀ ਹੋਈ ਪਵਿੱਤਰ ਨਦੀ, ਮੈਲ ਤੋਂ ਰਹਿਤ ਨਦੀ। ਇਸ ਤਰ੍ਹਾਂ ਦਾ ਜੀਵਨ ਤੁਹਾਡਾ ਬਣ ਜਾਣਾ ਹੈ। ਬਿਲਕੁਲ। ਤੁਸੀਂ ਠੱਗੀ ਖਾ ਲਵੋਗੇ, ਠੱਗੀ ਮਾਰ ਨਹੀਂ ਸਕਦੇ। ਅੱਛਾ ਇੱਕ ਚੀਜ਼ ਹੋਰ ਜੇ, ਠੱਗੀ ਖਾਣ ਵਾਲੇ ਦਾ ਕੋਈ ਨੁਕਸਾਨ ਨਹੀਂ ਆ, ਨੁਕਸਾਨ ਹੈ ਜਿਹਨੇ ਠੱਗੀ ਮਾਰ ਲਈ ਆ। ਕਿਉਂਕਿ ਮਾਰਨ ਵਾਲੇ ਦਾ ਨੁਕਸਾਨ ਹੈ, ਠੱਗੀ ਖਾਣ ਵਾਲੇ ਦਾ ਕੋਈ ਨੁਕਸਾਨ ਨਹੀਂ। ਉਹਦਾ ਕੀ, ਉਹਨੂੰ ਤੇ ਰੱਬ ਨੇ ਫੇਰ ਦੇ ਦੇਣਾ। ਏਦਾਂ ਜੇ ਠੱਗੀ ਮਾਰ ਕੇ ਜੇ ਕੋਈ ਗਰੀਬ ਕਰ ਦਈਏ ਫਿਰ ਤੇ ਧਰਤੀ ਸਾਰੀ ਗਰੀਬਾਂ ਨਾ ਭਰ ਜੇ। ਬਿਲਕੁਲ ਨਹੀਂ, ਫਿਰ ਤੇ ਪ੍ਰਕਿਰਤੀ ਦਾ ਫਿਰ ਕੌਣ ਇੱਥੇ ਜਿੰਦਾ ਕੌਣ ਰਹੂਗਾ? ਨਹੀਂ। ਹੁਣ ਚੋਰ ਚੋਰੀਆਂ ਕਰਦੇ ਆ ਤੇ ਕਿੰਨੇ ਕੁ ਸੁਖੀ ਹੋ ਗਏ ਨੇ, ਬੜੇ ਮਹਿਲ ਪਾਲੇ ਉਹਨਾਂ ਨਾ। ਇਹ ਸਾਰਾ ਸਿਸਟਮ ਇੱਥੇ ਹੀ ਆ। ਵੇਖੋ ਕਿੰਨੇ ਕਿੰਨੇ ਲੋਕਾਂ ਨੇ ਮਹਿਲ ਪਾਏ, ਕਿੱਧਰ ਗਏ ਉਹ ਬੰਦੇ? ਉਹ ਵੀ ਗਏ, ਉਹ ਵੀ ਉਹ ਸੰਸਾਰ ਤੋਂ ਚਲ ਗਏ, ਔਰ ਬਾਅਦ ਚ ਮਹਿਲ ਉੱਥੇ ਹੀ ਰਹਿ ਗਏ ਉਹਨਾਂ ਦੇ। ਬਸ ਇਹ ਕੀ ਜਿਉਂਦੇ ਜੀ ਭਰਮ ਸੀ ਕਿ ਸਾਡੀਆਂ ਨਸਲਾਂ ਇੱਥੇ ਐਸ਼ ਕਰਨਗੀਆਂ, ਰਾਜੇ ਬਣੀ ਜਾਣਗੀਆਂ। ਪਰ ਨਹੀਂ, ਇੱਕ ਸਮਾਂ ਆਊਗਾ ਤੁਹਾਡਾ ਰਾਜ ਭਾਗ ਜਿਹੜਾ ਉਹ ਚੀਜ਼ ਖੋਈ ਜਾਣੀ। ਇਹ ਕੁਦਰਤ ਨਹੀਂ ਆ। ਅੱਜ ਦੀ ਵਿਚਾਰੇ ਤੇ ਸਮਾਪਤ ਕਰੀਏ। ਹਾਂਜੀ, ਮੈਂ ਨਾ ਇੱਕ ਬੇਨਤੀ ਕਰਨਾ ਚਾਹੁੰਦਾ ਸੰਗਤ ਦੇ ਅੱਗੇ। ਦੇਖੋ ਇਹ ਨਾ ਅਸੀਂ ਇੱਕੋ ਹੀ ਸ਼ਬਦ ਲਿਆ ਜਾਂਦਾ ਹੈ, ਪਰ ਇੱਕ ਸ਼ਬਦ ਜਿਹੜਾ ਲਿਆ ਜਾਂਦਾ ਹੈ, ਪਰ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਬਹੁਤ ਤਹਿ ਤੱਕ ਡੀਪ ਜਿਹੜੇ ਹੈਗੇ ਚਲੇ ਜਾਂਦੇ ਆ ਭਾਈ। ਬਹੁਤ ਹੀ ਜਿਹੜਾ ਹੈਗਾ ਨਾ ਮੋਤੀ, ਬਹੁਤ ਕੀਮਤੀ ਮੋਤੀ ਲੱਭਦੇ ਆ ਇਹਦੇ ਵਿੱਚੋਂ। ਇਹਨਾਂ ਨੂੰ ਜਿਹੜਾ ਹੈਗਾ ਆਪਾਂ ਸਾਂਭ ਲਈਏ, ਬਸ ਇਹੀ ਬੇਨਤੀ ਹੈਗੀ ਜੀ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਜਿਹੜਾ ਗਿਆਨ ਹੁੰਦਾ ਨਾ, ਗਿਆਨ ਨੂੰ ਕੋਈ ਪ੍ਰਗਟ ਨਹੀਂ ਕਰ ਸਕਦਾ, ਨਾ ਮੈਂ ਕਰ ਸਕਦਾ ਤੇ ਨਾ ਨਿੱਜਰ ਸਾਹਿਬ ਕਰ ਸਕਦਾ। ਹਾਂ, ਥੋੜਾ ਬਹੁਤਾ ਕੁਝ ਬੋਲਿਆ ਜਾ ਸਕਦਾ ਹੈ, ਕੇਵਲ ਅਗਿਆਨ ਦੇ ਬਾਰੇ ਬੋਲਿਆ ਜਾ ਸਕਦਾ। ਇਸ ਤੋਂ ਵੱਧ ਗੱਲ ਨਹੀਂ ਹੁੰਦੀ। ਨਕਲੀ ਛਡਾਉਣ ਦੀ ਗੱਲ ਚੱਲਦੀ ਹੈ ਤੇ ਨਕਲੀ ਦੇ ਬਾਰੇ ਹੀ ਬੋਲਿਆ ਜਾ ਸਕਦਾ ਹੈ। ਅਸਲੀ ਬਾਰੇ ਕੋਈ ਬੋਲਣ ਦੀ ਲੋੜ ਨਹੀਂ ਹੈ। ਜਦੋਂ ਤੁਸੀਂ ਨਕਲੀ ਨੂੰ ਛੱਡਤਾ ਤੇ ਅਸਲੀ ਤੁਹਾਡੇ ਘਰ ਹੱਥ 'ਚ ਆਪਣੇ ਆਪ ਹੀ ਰਹਿ ਜਾਣਾ। ਪਰ ਜਦ ਤੱਕ ਨਕਲੀ ਹੈਗਾ ਨਾ, ਤਦ ਤੱਕ ਅਸਲੀ ਦਾ ਤੁਹਾਨੂੰ ਪਤਾ ਨਹੀਂ ਲੱਗਣਾ। ਇੰਨਾ ਹੀ ਕੰਮ ਜੀ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ। ਹਾਂਜੀ ਵੀਰ ਜੀ, ਮੈਂ ਇੱਕ ਬੇਨਤੀ ਕਰਨੀ ਸੀ ਤੁਹਾਡੇ ਮੂਹਰੇ, ਚਰਨਜੀਤ ਵੀਰ ਜੀ। ਹਾਂਜੀ ਬੋਲੋ। ਮੇਰੀ ਨਿਰਦ ਸਮਾਧੀ ਦੇ ਵਿੱਚ ਅਰਦਾਸ ਕਰੋ, ਮੇਰੀ ਲੱਗਦੀ ਨੀਂਦ ਥੋੜੀ ਜਿਹੀ। ਕੀ ਪ੍ਰੋਬਲਮ ਆ ਰਹੀ ਹੈ? ਬਸ ਜਦੋਂ ਮੈਂ ਬਹਿਨੀ ਆ ਤੇ ਕਦੇ ਕਦੇ ਤਾਂ ਜਪਿਆ ਜਾਂਦਾ ਨਾਮ, ਕਦੇ ਕਦੇ ਮੈਨੂੰ ਆਏ ਹੋ ਜਾਂਦਾ ਵੀ ਤੋੜ ਜੀ ਲੱਗ ਜਾਂਦੀ ਹੈ ਲੱਤਾਂ ਬਾਹਾਂ ਨੂੰ ਜਿਵੇਂ। ਹਾਂ, ਤੁਸੀਂ ਮੈਨੂੰ ਦੱਸੋ, ਤੁਹਾਨੂੰ ਮੈਂ ਕਈ ਵਾਰੀ ਸਮਝਾਇਆ ਵਾ ਕਿ ਜਦੋਂ ਵੀ ਤੁਸੀਂ ਸਾਧਨਾ ਕਰਨੀ ਆ ਤੇ ਤੁਹਾਡੇ ਜਦੋਂ ਚੱਕਰ ਸਿੱਧੇ ਹੋਣੇ ਆ ਨਾ, ਤੇ ਸਰੀਰ ਬਹੁਤ ਟੁੱਟਣਾ ਭੱਜਣਾ ਵਾ। ਹਾਂਜੀ, ਬਹੁਤ ਹੁੰਦਾ ਹੋਇਆ ਇਕਣੀ ਹੋਵੇ ਇਹੀ ਗੱਲ। ਹਾਂ, ਉਹਦਾ ਕਾਰਨ ਇਹੋ ਹੀ ਆ ਕਿ ਉਹ ਤੁਹਾਡੇ ਸਰੀਰ ਦੀ ਸ਼ੁੱਧੀ ਹੋ ਰਹੀ ਹੈ। ਤੁਹਾਡੇ ਪ੍ਰਾਣ ਜਿਹੜੇ ਨੇ ਬਲੌਕ ਹੋਏ ਪਏ ਆ ਸਾਰੇ। ਹਾਂਜੀ। ਇਹ ਤੁਸੀਂ ਸਾਧਨਾ ਕਰਨੀ ਆ। ਮੈਂ ਪਤਾ ਕੀ ਕਹਿੰਦਾ, ਇੱਕ ਸਿੰਪਲ ਜੀ ਗੱਲ ਕਰਦਾ। ਹਾਂਜੀ। ਜੋ ਮਰਜ਼ੀ ਹੋ ਜੇ, ਤੁਸੀਂ ਆਪਣਾ ਜਿਹੜਾ ਜਿੱਥੇ ਪੋਜੀਸ਼ਨ 'ਚ ਬੈਠੇ ਜੇ ਉੱਥੋਂ ਹਿੱਲਣਾ ਨਹੀਂ। ਆਟੋਮੈਟਿਕਲੀ ਇਹ 5-6 ਦਿਨਾਂ 'ਚ ਸਾਰਾ ਕੁਝ ਸ਼ਾਂਤ ਹੋ ਜਾਣਾ। ਤੇ ਜੇ ਤੁਸੀਂ ਹਿੱਲੀ ਗਏ ਨਾ,
ਇਹ ਛੇਤੀ ਕਿਤੇ ਪ੍ਰਾਣ ਸਿੱਧੇ ਨਹੀਂ ਹੋਣੇ। ਹਮ, ਇੰਜ ਲੱਗੂਗਾ ਕਿ ਇਹ ਧੌਣ ਤੇ ਪਤਾ ਨਹੀਂ ਕਿੰਨਾ ਕੁ ਪ੍ਰੈਸ਼ਰ ਪੈ ਗਿਆ, ਜਾਂ ਲੱਕ 'ਚ ਪੈ ਗਿਆ, ਟੁੱਟ ਚੱਲਿਆ, ਪਾੜ ਚੱਲਿਆ, ਹਾਂਜੀ ਕੁਛ ਨਹੀਂ ਹੁੰਦਾ ਉਹਨੂੰ। ਹਾਂਜੀ ਇਹ ਵੀ ਆ, ਇਹੀ ਗੱਲ। ਹਾਂ ਉਹਨੇ, ਹਾਂ ਬਸ ਇਹਨੂੰ ਮੈਂ ਤੁਹਾਨੂੰ ਦੱਸਦਾ ਨਾ, ਇਹ ਤੇ ਬੜਾ ਪਾਵਰਫੁਲ ਹੈ। ਜਦੋਂ ਪ੍ਰਾਣ ਊਰਜਾ ਚੱਲਦੀ ਹੈ ਨਾ, ਹਾਂਜੀ ਤੇ ਬੜਾ ਜਿਹੜੇ ਚੱਕਰ ਤੁਹਾਡੇ ਬਲੌਕ ਹੈ ਨਾ, ਉਹਨਾਂ ਤੇ ਜ਼ੋਰ ਤੇ ਜ਼ਰੂਰ ਪੈਣਾ। ਤੇ ਕੋਈ ਨਹੀਂ, ਮੈਂ ਅਰਦਾਸ ਵੀ ਕਰਦਾ। ਬਾਕੀ ਤੁਸੀਂ ਹਿੱਲਣਾ ਨਹੀਂ, ਜੋ ਮਰਜ਼ੀ ਹੋ ਜਾਏ, ਤੁਸੀਂ ਬੈਠੇ ਰਹਿਣਾ, ਠੀਕ ਹੈ? ਥੈਂਕ ਯੂ ਫॉर ਓਕੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸੁਣ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਅੱਗੇ ਬਖਸ਼ੋ। ਆਈ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਆਪਣਾ ਨਾਮਦਾਨ ਬਖਸ਼ਣਾ, ਦੇਨ ਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ। ਮੇਰੇ ਪਿਤਾ ਇਹ ਭੈਣ ਜੀ ਅਰਦਾਸ ਕਰਾ ਰਹੇ ਨੇ, ਸਰੀਰ ਦੇ ਵਿੱਚ ਪ੍ਰਾਣ ਊਰਜਾ ਦੇ ਕਰਕੇ ਥੋੜਾ ਕਸ਼ਟ ਚੱਲ ਰਿਹਾ। ਆਪ ਮਿਹਰ ਕਰੋ ਤਾਂ ਜੋ ਇਹਨਾਂ ਦੀ ਸਾਧਨਾ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਚੱਲ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੇਰੇ ਪਿਤਾ ਇੱਕ ਅਰਦਾਸ ਹੋਰ ਵੀ ਆ, ਇੱਕ ਭੈਣ ਦੀ। ਉਹ ਕਹਿੰਦੀ ਆ ਕਿ ਘਰ ਦੇ ਵਿੱਚ ਕਸ਼ਟ ਆ। ਕਸ਼ਟ ਏਦਾਂ ਵਾ ਕਿ ਲੜਕਾ ਵਾ, ਲੜਕੀ, ਇੱਕ ਬਹੂ ਆ, ਬੱਚਾ ਪੈਦਾ ਹੋਇਆ ਵਾ, ਤੇ ਉਹਦੇ ਕਰਕੇ ਮੇਰੇ ਪਿਤਾ ਤੁਸੀਂ ਜਾਣੀ ਜਾਣ ਜੋ ਘਰ 'ਚ ਇੱਕ ਸੰਤਾਨ ਆਉਣ ਕਰਕੇ ਘਰ ਦਾ ਥੋੜਾ ਜਿਹਾ ਨਾ ਕਸ਼ਟ ਆ ਗਿਆ ਵਾ ਕਿ ਕਲੇ ਬਹੁਤ ਹੈ। ਮਿਹਰ ਕਰੋ ਮੇਰੇ ਮਾਲਕ, ਉਹਨਾਂ ਨੂੰ ਇਸ ਕਲੇ ਤੋਂ ਮੁਕਤ ਕਰੋ, ਤੇ ਤਾਂ ਜੋ ਇਹ ਭੈਣ ਜੀ ਆਪਣੀ ਸਾਧਨਾ ਸਹੀ ਤਰੀਕੇ ਨਾਲ ਕਰ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ। 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 ਵਾਹਿਗੁਰੂ।
ਹੁਣ ਵੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ